ਅਸੀਂ ਵਿਵਸਥਾ ਸਾਰ ਦੇ ਚੌਥੇ ਭਾਵ ਦੇ ਵਿੱਚ ਇਸ ਵੇਲੇ ਹੈਗੇ ਔਰ ਚੌਥੇ ਭਾਵ ਦੇ ਵਿੱਚ ਸਾਨੂੰ ਪ੍ਰਭੂ ਨੇ ਜੋ ਪ੍ਰਭੂ ਉਹਨਾਂ ਨੂੰ ਇੰਸਟਰਕਸ਼ਨਸ ਦੇ ਰਿਹਾ, ਜੋ ਪ੍ਰਭੂ ਉਹਨਾਂ ਨੂੰ ਦੱਸ ਰਿਹਾ, ਜੋ ਪ੍ਰਭੂ ਉਹਨਾਂ ਨੂੰ ਹੁਕਮ ਦੇ ਰਿਹਾ ਕਿ ਜਿਸ ਵੇਲੇ ਤੁਸੀਂ ਵਾਅਦੇ ਦੀ ਧਰਤੀ ਤੇ ਪਹੁੰਚ ਜਾਓ ਤੇ ਤੁਸੀਂ ਕਿਹੜੇ ਕੰਮ ਨਹੀਂ ਕਰਨੇ, ਤੁਸੀਂ ਬੁੱਤ ਪ੍ਰਸਤੀ ਨਹੀਂ ਕਰਨੀ, ਤੁਸੀਂ ਕਿਸੇ ਮਨੁੱਖੀ ਰੂਪ ਤੇ ਬਣਾਏ ਬੁੱਤ ਦੀ ਪੂਜਾ ਨਹੀਂ ਕਰਨੀ, ਤੁਸੀਂ ਕਿਸੇ ਪਾਣੀ ਦੇ ਵਿੱਚ ਜਿਹੜਾ ਜਾਨਵਰ ਆ ਉਹਦੀ ਬਣਾਈ ਮੂਰਤ ਦੇ ਉੱਤੇ ਤੁਸੀਂ ਉਸ ਦੀ ਪੂਜਾ ਨਹੀਂ ਕਰਨੀ, ਤੁਸੀਂ ਕਿਸੇ ਮਨੁੱਖੀ ਹੱਥਾਂ ਦੀ ਬਣਾਈ ਚੀਜ਼ ਦੀ ਪੂਜਾ ਨਹੀਂ ਕਰਨੀ, ਤੁਸੀਂ ਲੱਕੜੀ ਦੇ ਜਾਂ ਕਿਸੇ ਧਾਤ ਦੇ ਬਣਾਏ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ, ਤੁਸੀਂ ਕਿਸੇ ਵੀ ਤਰ੍ਹਾਂ ਦੀ, ਕਿਉਂਕਿ ਇਹ ਪ੍ਰਭੂ ਕਹਿੰਦਾ ਕਿ ਇਹ ਤਾਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਗਈਆਂ, ਇਹ ਤੁਹਾਨੂੰ ਨਹੀਂ ਦਿੱਤੀਆਂ ਗਈਆਂ, ਤੁਹਾਨੂੰ ਮੈਂ ਆਪਣਾ ਆਪ ਦਿੱਤਾ ਹੈ, ਤੁਹਾਨੂੰ ਮੈਂ ਆਪਣਾ ਆਪ ਦਿੱਤਾ ਹੈ। ਸੋ ਕੁਐਸਚਨ ਨੰਬਰ 1, ਅਸੀਂ ਸਾਡੀ ਜਿਸ ਸਲੀਬ ਨੂੰ ਸਾਡੀਆਂ ਚਰਚਾਂ ਦੇ ਉੱਤੇ ਲੱਗੀ ਹੁੰਦੀ ਆ, ਸਵਾਲ ਇਹ ਪੁੱਛਿਆ ਗਿਆ ਕਿ ਉਹਦੇ ਉੱਤੇ ਯਿਸੂ ਮਸੀਹ ਦਾ ਜਿੱਦਾਂ ਸਰੀਰ ਕੈਥੋਲਿਕ ਚਰਚ ਜਿੱਦਾਂ ਉਹ ਲਾਉਂਦੇ ਆ ਕਿ ਉਹਦੇ ਉੱਤੇ ਯਿਸੂ ਮਸੀਹ ਦਾ ਸਰੀਰ ਹੁੰਦਾ, ਯਿਸੂ ਮਸੀਹ ਸਲੀਬ ਤੇ ਚੜਿਆ ਹੈ, ਅਸੀਂ ਕਿਉਂ ਨਹੀਂ ਇਹ ਕਰਦੇ? ਉਸ ਦਾ ਇੱਕ ਕਾਰਨ ਹੈ ਕਿਉਂਕਿ ਜਿਹੜੀ ਰੋਮਨ ਕੈਥੋਲਿਕ ਚਰਚ ਹੈ ਉਹ ਬੁੱਤ ਪ੍ਰਸਤ ਚਰਚ ਹੈ, ਉਹ ਬੁੱਤ ਪ੍ਰਸਤੀ ਕਰਦੇ ਹੈ। ਉਹ ਬੇਸਿਕਲੀ ਜਿਸ ਵੇਲੇ 325 ਪ੍ਰਭੂ ਯਿਸੂ ਮਸੀਹ ਦੇ ਤੋਂ 325 ਸਾਲ ਬਾਅਦ ਜਿਹੜਾ ਰੋਮ ਦੀ ਦੇ ਵਿੱਚ ਕੌਂਸਟੈਂਟੀਨ ਜਿਹੜਾ ਸੀਗਾ ਉਹਨਾਂ ਦਾ ਐਂਪਰਰ ਹੋਇਆ, ਉਹਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ ਸੀ। ਉਹਦੀ ਆਪਣੇ ਔਰ ਆਪਣੇ ਭਰਾ ਦੇ ਵਿੱਚ ਇੱਕ ਜੰਗ ਚੱਲਦੀ ਪਈ ਸੀ, ਉਹਦੇ ਭਰਾ ਦਾ ਨਾਮ ਫਿਲਿਪ ਸੀਗਾ ਔਰ ਉਸਨੂੰ ਉਹ ਜਿਸ ਵੇਲੇ ਰੋਮ ਦੇ ਵਿੱਚ ਦਰਿਆ ਦੇ ਲਾਗੇ ਆਏ ਤਾਂ ਉੱਥੇ ਉਸਨੂੰ ਸੁਪਨੇ ਦੇ ਵਿੱਚ ਦਿਖਾਈ ਦਿੱਤਾ, ਉਹਨੂੰ ਸਲੀਬ ਦਿਖਾਈ ਦਿੱਤੀ ਕਿ ਇਹ ਆਪਣੇ ਜਿੰਨੇ ਵੀ ਤੇਰੇ ਸੋਲਜਰ ਆ ਉਹਨਾਂ ਦੀ ਜਿਹੜੀ ਢਾਲ ਆ ਉਹਨਾਂ ਦੇ ਉੱਤੇ ਇਹ ਨਿਸ਼ਾਨ ਲਾ ਤੇ ਤੂੰ ਜਿੱਤ ਪ੍ਰਾਪਤ ਕਰ। ਔਰ ਜਿਸ ਵੇਲੇ ਉਸਨੇ ਉਹ ਨਿਸ਼ਾਨ ਲਾਇਆ ਤੇ ਉਸਨੇ ਆਪਣੀ ਫੌਜ ਨੂੰ ਤਿਆਰ ਕੀਤਾ ਤੇ ਉਧਰੋਂ ਉਹਦੇ ਭਰਾ ਨੇ ਹਮਲਾ ਕਰ ਦਿੱਤਾ ਤੇ ਉਧਰੋਂ ਦਰਿਆ ਦੇ ਵਿੱਚ ਫਲੈਸ਼ ਫਲੱਡ ਆਇਆ ਤੇ ਉਹਦੀ ਸਾਰੀ ਜਿਹੜੀ ਫੌਜ ਸੀਗੀ ਉਹ ਰੁੜ ਗਈ, ਬ੍ਰਿਜ ਟੁੱਟ ਗਿਆ। ਔਰ ਜਿੱਦਾਂ ਹੀ ਫਲੈਸ਼ ਫਲੱਡ ਦਾ ਪਾਣੀ ਨਿਕਲਿਆ ਇਧਰੋਂ ਹੀ ਇਹਨਾਂ ਨੇ ਹਮਲਾ ਕਰਕੇ ਤੇ ਉਹਨੇ ਜਿੱਤ ਪ੍ਰਾਪਤ ਕਰ ਲਈ। ਔਰ ਉਸ ਤੋਂ ਬਾਅਦ ਉਹਨੇ ਮਸੀਹਤ ਨੂੰ ਸਾਰੇ ਰੋਮ ਦਾ ਧਰਮ ਬਣਾਤਾ, ਜਿੱਥੋਂ ਰੋਮਨ ਕੈਥੋਲਿਕ ਚਰਚ ਜਿਹੜੀ ਆ ਉਹ ਚੱਲੀ। ਠੀਕ, ਸੋ ਰੋਮਨ ਕੈਥੋਲਿਕ ਚਰਚ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਦੇਵੀ ਦੇਵਤਿਆਂ ਦੇ ਮੰਦਿਰ ਸੀਗੇ, ਦੇਵੀ ਦੇਵਤਿਆਂ ਦੇ ਮੰਦਿਰਾਂ ਦੇ ਵਿੱਚੋਂ ਉਹਨਾਂ ਨੇ ਮੂਰਤੀਆਂ ਕੱਢ ਦਿੱਤੀਆਂ। ਉਹਨਾਂ ਨੇ ਉੱਥੇ ਯਿਸੂ ਮਸੀਹ ਦੀ ਸਲੀਬ ਔਰ ਸਲੀਬ ਦੇ ਉੱਤੇ ਉਹਦੀ ਮਾਂ ਜਿਹੜੀ ਸੀ ਉਸਦਾ ਨਾਂ ਡਿਆਨਾ ਸੀਗਾ, ਉਹਦੀ ਮਾਂ ਨੇ ਉੱਥੇ ਸਲੀਬ ਦੇ ਉੱਤੇ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਚੜਿਆ ਆ। ਔਰ ਉਹ ਜਿਹੜੇ ਉੱਥੇ ਦੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਹੀ ਮਸੀਹਤ ਨੂੰ ਸਵੀਕਾਰ ਕਰ ਲਿਆ। ਉਹਨਾਂ ਨੂੰ ਉਹ 4-6 ਮਹੀਨੇ ਦੀ ਟ੍ਰੇਨਿੰਗ ਦੇ ਕੇ ਤਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉਹੀ ਜਿੱਦਾਂ ਪਹਿਲਾਂ ਜਿਹੜੀ ਉੱਥੇ ਦੇਵੀ ਹੁੰਦੀ ਸੀ ਉਹਨਾਂ ਦੀ ਡਿਆਨਾ, ਜਿਹਦੀ ਗੋਦ ਦੇ ਵਿੱਚ ਬੱਚਾ ਹੁੰਦਾ ਸੀਗਾ, ਉਹੀ ਉਹਨਾਂ ਨੇ ਉਹ ਯਿਸੂ ਦੇ ਵਿੱਚ ਬਦਲ ਦਿੱਤਾ ਤੇ ਉਹਨੂੰ ਮਰੀਅਮ ਦੇ ਵਿੱਚ ਬਦਲ ਦਿੱਤਾ। ਔਰ ਇਹ ਜਿਹੜਾ ਸੀਗਾ ਇਹ ਜਿਹੜੀ ਸਾਡੀ ਜਿਹੜੀ ਐਨਾਬੈਪਟਿਸਟ ਜਿਹੜੀਆਂ ਰੂਟਸ ਆ ਸਾਡੀਆਂ, ਇਹਨਾਂ ਨੂੰ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ। ਸਾਡੀ ਸਲੀਬ ਇਸ ਕਰਕੇ ਖਾਲੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਇਸ ਵੇਲੇ ਸਲੀਬ ਦੇ ਉੱਤੇ ਨੇ। ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਸਾਡੀ ਸਲੀਬ ਅਸੀਂ ਤਾਂ ਉਹ ਨਿਸ਼ਾਨ ਸਾਹਮਣੇ ਰੱਖਦੇ ਹਾਂ ਕਿਉਂਕਿ ਉਸਨੂੰ ਅਸੀਂ ਮੱਥਾ ਨਹੀਂ ਟੇਕਦੇ, ਅਸੀਂ ਸਲੀਬ ਨੂੰ ਮੱਥਾ ਨਹੀਂ ਟੇਕਦੇ, ਉਸ ਨਿਸ਼ਾਨ ਨੂੰ ਅਸੀਂ ਆਪਣੇ ਸਾਹਮਣੇ ਜ਼ਰੂਰ ਰੱਖਦੇ ਹਾਂ। ਉਸਦਾ ਕਾਰਨ ਇਹ ਆ ਕਿ ਉਸਦੇ ਵਿੱਚੋਂ ਉਹ ਸਵਰਗ ਤੇ ਧਰਤੀ ਦੇ ਗੱਭੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਸਾਡੇ ਲਈ ਰਸਤਾ ਖੋਲਿਆ। ਉਹ ਸਾਨੂੰ ਉਹ ਛੋਟੇ ਰਸਤੇ ਦਾ ਜਿਹੜਾ ਛੋਟਾ ਰਸਤਾ ਪ੍ਰਭੂ ਦੇ ਘਰ ਨੂੰ ਜਾਂਦਾ, ਉਹ ਸਾਨੂੰ ਉਹ ਨਿਸ਼ਾਨ ਦਿਖਾਉਂਦੀ ਹੈ। That's it.
अच्छा, दूसरा जिहड़ा सवाल पुछया सी इत्थे जिहड़ा सवाल और इत्थे उठदा भी है उस सवाल, वो है जनरेशनल कर्सेस दा कि ਜਿਹੜੇ ਲੋਕ ਔਰ ਇਹ ਅੱਜ ਕੱਲ ਬਹੁਤ ਪਪੂਲਰ ਹੈ ਇਸ ਵੇਲੇ ਜਿੱਦਾਂ ਕਿ ਉਹ ਕਿ ਤੁਹਾਡੇ ਉੱਤੇ ਤੁਹਾਡੀ ਜਨਰੇਸ਼ਨਲ ਕਰਸ ਪਈ ਹੁਆ, ਤੁਹਾਡੇ ਬਾਬਿਆਂ ਪੜਦਾਦਿਆਂ ਦੇ ਜਿਹੜੇ ਕੰਮ ਆ ਉਹ ਕਰਸ ਤੁਹਾਡੇ ਉੱਤੇ ਪਈ ਹੁਆ। ਇਟ ਡਜ਼ਨਟ ਵਰਕ ਦੈਟ ਵੇ। ਯਹੂਦੀ ਜਿਹੜੇ ਪ੍ਰਭੂ ਨੂੰ ਜਾਣਦੇ ਸੀਗੇ, ਜਿਨ੍ਹਾਂ ਨੇ ਉਸ ਅੱਗ ਦੇ ਵਿੱਚੋਂ ਪ੍ਰਭੂ ਦੀ ਆਵਾਜ਼ ਸੁਣ ਕੇ ਜਿਨ੍ਹਾਂ ਨੂੰ ਇਹ ਨਿਯਮ ਦਿੱਤੇ ਗਏ, ਉਹਨਾਂ ਨੇ ਉਹਨਾਂ ਨਿਯਮਾਂ ਦਾ ਪਾਲਣ ਜਦ ਨਹੀਂ ਕੀਤਾ, ਉਹਨਾਂ ਦੇ ਬਜ਼ੁਰਗਾਂ ਨੇ ਜਾ ਕੇ ਬੁੱਤ ਪ੍ਰਸਤੀ ਕੀਤੀ ਵਾਅਦੇ ਦੀ ਧਰਤੀ ਦੇ ਉੱਤੇ, ਤਾਂ ਫਿਰ ਉਹਨਾਂ ਦੇ ਕੀਤਿਆਂ ਕਰਮਾਂ ਦਾ ਜਿਹੜਾ ਫਲ ਸੀ ਫਿਰ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਾਂ ਨੇ ਭੁਗਤਿਆ। ਕਿੱਦਾਂ ਭੁਗਤਿਆ? ਦਾਨੀਅਲ ਦੇ ਸਮੇਂ ਦੇ ਵਿੱਚ ਜਾ ਕੇ ਉਹਨਾਂ ਨੂੰ ਦਾਨੀਅਲ ਦੇ ਸਮੇਂ ਦੇ ਵਿੱਚ ਜਾ ਕੇ ਉਹਨਾਂ ਨੂੰ ਵਾਪਸ ਬਾਬਲ ਦੇ ਵਿੱਚ ਉਸੇ ਔਰ ਜਿੱਥੋਂ ਅਬਰਾਹਮ ਉੱਠ ਕੇ ਆਇਆ ਸੀ ਉਸੇ ਬਾਬਲ ਦੇ ਵਿੱਚ ਜਾ ਕੇ 70 ਸਾਲ ਦੀ ਗੁਲਾਮੀ ਦੁਆਰਾ ਕੱਟਣੀ ਪਈ। ਔਰ ਮੰਦਿਰ ਜਿਹੜਾ ਸੀਗਾ, ਪ੍ਰਭੂ ਨੇ ਕਿਹਾ ਕਿ ਮੈਂ ਇਸ ਮੰਦਿਰ ਨੂੰ तेरा तहस नहस कर दूंगा। और इज़ेकियल ने देखा सी, उसने क्या सी, द ग्लोरी इज गॉन। प्रभु दी जड़ी ग्लोरी मंदिर दे उत्ते सी, जड़ी उसकी महिमा मंदिर दे उत्ते सी, वो चली गई। सो क्योंकि वो जानते सी इन्हां सारियां चीजां और उन्होंने जान बुझ के बुत प्रस्ती की और इस करके ਉਹਨਾਂ ਦੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਉਹ ਕਰਸ ਮਿਲੇ। ਦੂਸਰਾ, ਉਹਨਾਂ ਨੇ ਵਚਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖ ਲਈਆਂ ਸੀਗੀਆਂ, ਉਹਨਾਂ ਦੇ ਜਿਹੜੇ ਵੀ ਸੀਗੇ ਪ੍ਰੋਤ ਸੀਗੇ, ਮਹਾਪ੍ਰੋਤ ਸੀਗੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਇੱਕ ਕਬਾਲਾ ਤੇ ਬੜੀ ਮਸ਼ਹੂਰ ਆ। ਉਹ ਬੇਸਿਕਲੀ ਫਰਿਸ਼ਤਿਆਂ ਦੀ ਜਿਹੜੇ ਫਰਿਸ਼ਤੇ ਆ ਉਹਨਾਂ ਦੀ ਪੂਜਾ ਹੈ। आ फरिश्ता है आ काम करदा, आ फरिश्ता ओ काम करदा, और ਉਹਦੇ ਵਿੱਚ ਬੜੀਆਂ ਅਜੀਬ ਜਿਹੀਆਂ ਚੀਜ਼ਾਂ ਦੱਸੀਆਂ ਹੈ ਕਿ ਜਿਹੜਾ ਸੁਲੇਮਾਨ ਸੀ ਉਸਦੇ ਕੋਲ ਇੱਕ ਅੰਗੂਠੀ ਸੀ ਜਿਹੜੀ ਉਸਨੂੰ ਪ੍ਰਭੂ ਨੇ ਦਿੱਤੀ ਸੀ, ਤਾਂ ਉਹ ਕਿਸੇ ਵੀ ਫਰਿਸ਼ਤੇ ਨੂੰ ਬੁਲਾ ਸਕਦਾ ਸੀ। ਤਾਂ ਉਹਨੇ ਜਿਹੜਾ ਮੰਦਿਰ ਬਣਾਇਆ ਸੀ ਉੱਥੇ ਥੋੜਾ ਛਾਣੀ ਦੀ ਆਵਾਜ਼ ਤਾਂ ਨਹੀਂ ਆਈ ਕਿਉਂਕਿ ਉਸਨੇ ਸਾਰੇ ਜਿਹੜੇ ਡਿਗੇ ਹੋਏ ਫਰਿਸ਼ਤੇ ਸੀ ਉਹ ਸਾਰਿਆਂ ਨੂੰ ਬੁਲਾ ਕੇ ਮੰਦਿਰ ਨੂੰ ਉਸਨੇ ਬਣਾਇਆ ਸੀ, which is a hogwash। ਸੋ ਫਿਰ ਯਹੂਦੀ ਉਹਨਾਂ ਫਰਿਸ਼ਤਿਆਂ ਨੂੰ ਆਪਣੇ ਥੱਲੇ ਕਾਬੂ ਕਰਨ ਦੇ ਲਈ, ਜਿੱਦਾਂ ਕਿ ਅਸੀਂ ਆਪਣੇ ਹਿੰਦੁਸਤਾਨ 'ਚ ਕਹਿ ਦਿੰਦੇ ਕਿ ਫਲਾਣੇ ਬੰਦੇ ਨੇ ਜਿੰਨ ਕਾਬੂ ਕੀਤਾ ਹੈ ਜੀ, ਉਹਦੇ ਕਾਬੂ ਦੇ ਵਿੱਚ ਜਿੰਨ ਤੋਂ ਕੰਮ ਕਰਾਉਂਦਾ। ਸੋ ਬਹੁਤ ਸਾਰੇ ਜਿਹੜੇ ਯਹੂਦੀ ਸੀਗੇ ਉਹ ਫਰਿਸ਼ਤਿਆਂ ਨੂੰ ਆਪਣੇ ਕਾਬੂ ਦੇ ਵਿੱਚ ਕਰਨ ਦੇ ਲਈ ਉਹਦੀਆਂ ਦੱਸੀਆਂ ਚੀਜ਼ਾਂ ਦੇ ਅਨੁਸਾਰ ਚੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਔਰ ਉਹ ਬੇਸਿਕਲੀ ਜਿਹੜੀ ਚੀਜ਼ ਆ ਕਿ ਜਿਸ ਵੇਲੇ ਆਦਮ ਔਰ ਹਵਾ ਨੂੰ ਉਸਨੇ ਕਿਹਾ ਸੀ ਕਿ ਜਿਸ ਵੇਲੇ ਤੁਸੀਂ ਫਲ ਖਾ ਲਓਗੇ ਤੁਸੀਂ ਪਰਮੇਸ਼ਰ ਦੇ ਬਰਾਬਰ ਬਣ ਜਾਓਗੇ। ਸੋ ਕਹਿੰਦੇ ਸੀ ਕਿ ਜਿਹੜਾ ਨੌਲੇਜ ਆ ਉਹ ਸੱਚਮੁੱਚ ਪਰਮੇਸ਼ਰ ਦੇ ਬਰਾਬਰ ਤੁਹਾਨੂੰ ਬਣਾ ਸਕਦੀ ਆ। ਸੋ ਅਗਰ ਅਸੀਂ ਉਸ ਗਿਨਾਸ ਕੋ ਉਸ ਨੌਲੇਜ ਨੂੰ ਅਸੀਂ ਹੋਰ ਉਹਦੇ ਵਿੱਚ ਡੂੰਘੇ ਜਾਵਾਂਗੇ, ਹੋਰ ਉਸਨੂੰ ਲੱਭਾਂਗੇ, ਹੋਰ ਅਸੀਂ ਬਰੀਕੀ ਦੇ ਨਾਲ ਜਾਵਾਂਗੇ, ਤਾਂ ਉਹ ਨੌਲੇਜ ਜਿਹੜੀ ਸਾਨੂੰ ਜਿਸ ਲਈ ਮਿਲ ਜਾਏਗੀ ਤਾਂ ਅਸੀਂ ਪਰਮੇਸ਼ਰ ਦੇ ਬਰਾਬਰ ਉਹਦੇ ਤਰ੍ਹਾਂ ਦੇ ਕੰਮ ਕਰ ਸਕਾਂਗੇ। ਦੈਟ ਇਜ਼ ਬੇਸਿਕਲੀ ਇਟ। ਔਰ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਕਰਕੇ ਇਹ ਚੀਜ਼ਾਂ ਨੂੰ ਲੱਭਦਿਆਂ ਨੇ ਉਹਨਾਂ ਨੇ ਬਹੁਤ ਸਤਿਆਨਾਸ਼ ਆਪਣੀ ਕੌਮ ਦਾ ਕਰ ਦਿੱਤਾ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਕੇ ਉਹ ਸਾਰੇ ਕੰਮ ਕਰਦੇ ਪਏ ਜੋ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੇ ਵਿੱਚ ਕਈਆਂ ਚੀਜ਼ਾਂ। ਅਗਰ ਸਿਰਫ ਉਹ ਯਸਾਇਆ ਨਬੀ ਦੀ, ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਯਸਾਇਆ ਨਬੀ ਦੀ ਪੋਥੀ ਖੋਲੀ ਸੀ। ਅਗਰ ਉਹ ਯਸਾਇਆ ਨਬੀ ਦੀ ਪੋਥੀ ਨੂੰ ਗਹਿਰਾਈ ਦੇ ਵਿੱਚ ਦੇਖ ਲੈਂਦੇ ਤਾਂ ਉਹਨਾਂ ਨੂੰ ਹੋਰ ਕੋਈ ਪੋਥੀ ਦੇਖਣ ਦੀ ਜ਼ਰੂਰਤ ਵੀ ਨਹੀਂ ਪੈਣੀ ਸੀ। ਪਰ ਉਹ ਤਾਂ ਪਏ ਸੀਗੇ ਤਾਲਮੂਦ, ਮਿਸ਼ਨਾ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜ਼ਾਹੌਰ, ਕਈ ਤਰ੍ਹਾਂ ਇਸ ਤਰ੍ਹਾਂ ਦੀਆਂ 5-7 ਵੱਖਰੇ ਉਹਨਾਂ ਦੇ ਮਾਰਗ ਆ, ਉਹ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਪਏ ਸੀ।
कि यसु मसीह उन्होंने अखां दे सामने उन्होंने दिखाई नहीं दे रहा। जिसलिए हेरोदेस ने इन्हां धर्म ग्रंथियां नूं बुलाया और कहा कि प्रभु यसु मसीह कित्थे पैदा होएगा। तो उसने कहा आओ असी देखते हैं हिस्सा कि बड़ा अजीब हिस्सा आ वो कि 5 खरे 10 किलोमीटर का सारा फर्क आ उथों ते उथों उठ के वो देखण नहीं गए यसू नूं, वो नहीं देखण गए, लेकिन उन्होंने जिहड़े आयो सीगे तो असी जिस वेले मत्ती नवे नेम दे विच असी पहुंच गए उहदा दूसरा भाव, और मैं उसकी 5वीं आयत 5वीं ते 6वीं आयत नूं पढ़ूंगा। वो जिसले जिहड़े पूरब दे जिहड़े पंडित सीगे, पूरब दे जिहड़े पंडित सी जिसले ओह आए, और असी अज थोड़ा जिहा इन्हां बारे भी देखांगे। जिथे असी बैठे हो उत्थों देखांगे कि उन्होंने वो आए, उन्होंने राजा हेरोदेस नूं पुछया कि बई आ जिहड़ा तुहाडा नव जन्मिया राजा वो कित्थे आ। राजा हेरोदेस तो पागल सीगा। राजा हेरोदेस ने अपने 3 पुत मरवाते सी, 4 जनानियां मरवातियां सीगियां, और उसने ते उहनूं जे ते शक हुंदा सीगा मेरा राजपाट खो सकदा, उहनूं मरवा दिंदा सी। ਉਹਦੇ ਦਿਮਾਗ ਦੇ ਵਿੱਚ ਨੁਕਸ ਪਿਆ ਸੀਗਾ, ਪਾਗਲ ਹੋਇਆ ਸੀਗਾ, ਔਰ ਉਹਨੂੰ ਆ ਕੇ ਉਹ ਪੁੱਛਦੇ ਪਏ ਆ ਕਿ ਜਿਹੜਾ ਨਵ ਜਨਮਿਆ ਰਾਜਾ ਆ ਉਹ ਕਿੱਥੇ ਆ, ਉਹ ਕਿੱਥੇ ਆ। और उन्हें अपने सारे बुलाए जिन्ने भी सीगे धर्म ग्रंथी बुलाए, और धर्म ग्रंथियों ने उन्होंने उत्तर दिता। कहंदा उन्होंने उत्तर दिता यहूदा देश दे नगर बैतलहम दे विच वो पैदा होएगा। इस बारे नबी ने इस तरह लिखा, हे यहूदा देश दे नगर बैतलहम, तू यहूदा दे शासकां दे विचों किसी दे नालों घट नहीं, क्योंकि तेरे विच एक सरदार पैदा होएगा जो अपने लोकां इजराइल दी अगवाई करेगा। अगर ध्यान दे नाल देखिए तो इत्थे नबी ने इस उहदा सारा एड्रैस भी दे दिता है। जिद्दां असीं कह दईए भी भाई तू कित्थे रहिंदा, ते मैं कहां कि हरिंदर कित्थे रहिंदा, तुसीं कहोगे जी वो BC दे विच रहिंदा और एबटसफोर्ड दे विच ते सहोते खानदान दे विचों। एडी वड्डी खबर सारा जिहड़ा हैगा तुसीं ये देख सकते हैं कि पूरे का पूरा एड्रैस इत्थे दे दिता गया है, पूरे का पूरा एड्रैस दे दिता गया, लेकिन वो देखण नहीं गए, देखण नहीं गए। तारा चढ़िया है, तारा रुक के आया उत्थे, और वो तारा जिहड़ा सारे ब्रह्मांड नूं सारियां जड़ियां भी चीज़ां जिन्नियां भी चीज़ां प्रभु की रचना सी हर एक दे विचों एक प्रभु यसु मसीह की उपासना दे लई सी। सो तारियां दे विचों वो तारा चुनिया गया सी जो प्रभु यसु मसीह की उपासना दे लई एक जगह ते खड़ा सी। और अजीब चीज़ां हो रही, उन्होंने दस तां दिता पर वो देखण नहीं गए। क्यों? क्योंकि वो जिहड़ी जनरेशनल कर्स उन्हां दे उत्ते सी। क्यों जनरेशनल कर्स सी? क्योंकि उन्हां नूं ये सारियां चेतावनियां दे दित्तियां गईयां सी ना। जदों साडी वारी आउंदी है वी आर डिफरेंट, क्योंकि असीं प्रभु तो हुण आए हां, असीं पहले आ जिहड़े प्रभु दे विच आए। साडे खानदानां ने हाले अगे तुरना है प्रभु दे विच, हाले असीं जानना है उसनूं, पर जिहड़ियां वो पिछलियां चीज़ां हैगियां वो प्रभु ने धो दित्तियां। पर इन्हां यहूदियां ने ये चीज़ां क्यों नहीं दिखाई दित्तियां? असीं ये इत्थे पढ़ के हटे हां, प्रभु ने कहा कि तुसीं कोई चीज़ नहीं बनाउणी, तुसीं कोई ना आदमी दी ना औरत दी शक्ल दी बनाउणी,
ना किसी तरह का धरती ते चलदा जानवर बनाना, ना तुसी किसी तरह का आकाश दे विच जिहड़े उड़दे जानवर उन्हां चों बनाना, ना तुसी समुंदर चों बनाना, ना तुसी लकड़ी दी कोई मूर्त कटनी है, ना तुसी किसी धात दी, ना तुसी तारियां नूं पूजना, ना तुसी निशानां नूं पूजना। तुसी इदां दे काम नहीं करने, क्योंकि मैं प्रभु परमेश्वर जिसने तुहानूं चुनिया, मैं अग दे विचों तुसी मेरी आवाज सुनी। और इस करके असी जिसले चर्च जाने असी किसी चीज नूं मत्था नहीं टेकते, लेकिन असी गीतां दे विचों जिसले भैन भरा शुक्रगुजारी करते आ, उहदे विचों जिसले प्रभु दा वचन दा प्रचार किया जाता, उस दे विचों असी प्रभु दी आवाज नूं सुनते, असी उसकी आवाज नूं सुनते, असी किसी चीज नूं मत्था नहीं टेकते। And that is the reason, क्योंकि असी ओ प्रभु के पिछे चलते पे हैं जिहड़ा अपने लोकां दे नाल बोलदा, जिहड़ा अपने लोकां दे नाल गल करदा, जिहड़ा वोकल। बाइबल दे विच प्रभु वोकल, ये नहीं कोई धरती तो बैठा बंदा ਉਹਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜਾਂ ਉਹਦੀ ਵਡਿਆਈ ਦੀਆਂ ਗੱਲਾਂ ਕਰਦਾ ਪਿਆ ਕਿ ਉਹ ਕਿੱਦਾਂ ਦਾ ਆ ਤੇ ਉਹ ਕਿੱਦਾਂ ਦਾ ਤੇ ਉਹ ਕਿੱਦਾਂ ਦਾ, ਬਲਕਿ ਇਹ ਨਹੀਂ, ਇੱਥੇ ਪਰਮੇਸ਼ਰ ਆਪ ਦੱਸਦਾ ਕਿ ਮੈਂ ਕਿੱਦਾਂ ਦਾ ਹੈ, ਮੈਂ ਕੌਣ, ਮੇਰਾ ਤੇ ਤੇਰਾ ਰਿਸ਼ਤਾ ਕੀ ਆ, तेरा मेरे नाल रिश्ता किदां दा होना चाहिए, तेरा तेरे भरा नाल रिश्ता किदां दा होना चाहिए, तेरा जानवर जिहड़े हैगे जिहड़ी बाकी दी कायनात बना के मैं तैनूं दित्ती है, तेरा उहदे नाल रिश्ता किदां दा होना चाहिए। तैनूं मैं दिन्ना, मैं तेरियां जित्तां मैं करदा, मैं तेरे हवाले करदा चीज़ां। सो असीं उसदी आवाज़ सुनते हैं और असीं उसदी आवाज़ दे मूहरे अपने अंतकरण नीमा करते हैं, अंतकरण चिपाने उहदे मूहरे। एंड दैट इज द रीजन कि असी इन्हां चीज़ां दे विच नहीं। लेकिन यहूदियां ने यह सब कुछ किया और फिर की होया। सो हुण असी रोमन्स दे विच जावांगे, रोमन्स चैप्टर 1। अगर तुसीं तुहाडे विच जिहड़े भैन भरा बाइबल स्टडी करवाउंदे आ, इत्थे रोमन्स चैप्टर 1, रोमन्स का पहला चैप्टर लिख लो और असी इसकी पढ़ांगे। मैं पन्ना दसदा जिद्दां ही असी पहुंचते हैं। रोमन्स का पहला चैप्टर थैंक यू ब्रदर जी। हाँ 266 पन्ने ते जाने 18वीं आयत तो असी और इत्थे असी देखांगे कि प्रभु ने जो चीज़ां नूं मना कीता सी उन्हां ने उही काम कीते और उन्हां नूं उन्हां दी सज़ा की मिली। तो प्रभु ने कहा सी कि फिर तुसी धक्के खाओगे और फिर तुसी धक्के ही खांदे रहोगे जब तक तुसी मेरे वाल मुड़ोगे नहीं, तो उन्नी देर तक मैं फिर तुहाडे ते किरपा नहीं करूंगा। पर जे तुसी ये कहो कि तुसी उस पत्थर दी मूर्त दे विच भी रहो ते मैं तुहानूं उहदे विचों भी बरकत देवां, वो काम नहीं, दैट विल नॉट वर्क। क्योंकि जिउंदा प्रभु परमेश्वर अपने आप नूं किसी पत्थर दी मूर्त दे विच अपनी बनाई हुई चीज दे बराबर नहीं बनाता। ही इज द क्रिएटर। सो आओ 18 तो लैके 32 तक जिसनूं मिल जाए। मैं पढ़ती नहीं पास्टर। ਮਨੁੱਖ ਜਾਤੀ ਦਾ ਅਪਰਾਧ, ਸਵਰਗ ਤੋਂ ਪਰਮੇਸ਼ਵਰ ਦੀ ਦੈਵੀ ਸਜ਼ਾ ਮਨੁੱਖ ਦੇ ਸਭ ਅਧਰਮ ਅਤੇ ਬੁਰਾਈ ਤੇ ਪ੍ਰਗਟ ਹੋਈ ਹੈ, ਅਰਥਾਤ ਜਿਨ੍ਹਾਂ ਨੇ ਆਪਣੀ ਦੁਰਾਚਾਰੀ ਨਾਲ ਸੱਤ ਨੂੰ ਪ੍ਰਗਟ ਹੋਣ ਤੋਂ ਰੋਕੇ ਰੱਖਿਆ ਹੈ। ਇਹ ਇਸ ਲਈ ਵੀ ਹੋਇਆ ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਵਰ ਦੇ ਬਾਰੇ ਜਾਣ ਸਕਦੇ ਹਨ, ਉਹਨਾਂ ਦੇ ਸਾਹਮਣੇ ਪ੍ਰਗਟ ਹੈ। ਪਰਮੇਸ਼ਵਰ ਨੇ ਆਪ ਇਹ ਉਹਨਾਂ ਉੱਤੇ ਪ੍ਰਗਟ ਕੀਤਾ ਹੈ। ਪਰਮੇਸ਼ਵਰ ਦੇ ਅਦਿੱਖ ਗੁਣ ਅਰਥਾਤ ਉਸਦੀ ਸਦੀਵੀ ਸ਼ਕਤੀ ਅਤੇ ਦੈਵੀ ਸੁਭਾਅ ਸੰਸਾਰ ਦੇ ਸ਼ੁਰੂ ਤੋਂ ਹੀ ਰਚਨਾ ਵਿੱਚ ਵਿਦਮਾਨ ਹਨ। ਇਹ ਉਸਦੀਆਂ ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ।
ਉਹਨਾਂ ਨੇ ਪਰਮੇਸ਼ਵਰ ਨੂੰ ਜਾਣਦਿਆਂ ਹੋਇਆਂ ਵੀ ਉਸ ਨੂੰ ਉਹ ਆਦਰ ਨਾ ਦਿੱਤਾ ਜੋ ਉਸ ਦਾ ਬਣਦਾ ਸੀ ਅਤੇ ਨਾ ਹੀ ਉਹਨਾਂ ਉਸ ਦਾ ਧੰਨਵਾਦ ਕੀਤਾ। ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਖਾਲੀ ਮਨ ਹਨੇਰੇ ਹੋ ਗਏ। ਉਹਨਾਂ ਨੇ ਆਪਣੇ ਆਪ ਨੂੰ ਸਮਝਦਾਰ ਜਾਣਿਆ, ਪਰ ਉਹ ਮੂਰਖ ਸਿੱਧ ਹੋਏ। ਉਹਨਾਂ ਨੇ ਅਬਿਨਾਸ਼ੀ ਪਰਮੇਸ਼ਵਰ ਦੀ ਵਡਿਆਈ ਕਰਨ ਦੀ ਥਾਂ ਨਾਸ਼ਵਾਨ ਮਨੁੱਖ, ਪੰਛੀਆਂ, ਪਸ਼ੂਆਂ ਅਤੇ ਸੱਪਾਂ ਦੀਆਂ ਮੂਰਤੀਆਂ ਦੀ ਵਡਿਆਈ ਕੀਤੀ। ਇਸ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨ ਦੀਆਂ ਕਾਮ ਵਾਸਨਾਵਾਂ ਵਿੱਚ ਛੱਡ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਆਪੋ ਵਿੱਚ ਸ਼ਰਮਨਾਕ ਕੰਮ ਕਰਕੇ ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ ਲੱਗੇ। ਇਹਨਾਂ ਲੋਕਾਂ ਨੇ ਪਰਮੇਸ਼ਵਰ ਦੇ ਸੱਤ ਨੂੰ ਝੂਠ ਵਿੱਚ ਬਦਲ ਦਿੱਤਾ। ਉਹਨਾਂ ਨੇ ਸ੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ, ਸ੍ਰਿਸ਼ਟੀਕਰਤਾ ਦੀ ਨਹੀਂ, ਜੋ ਸਦਾ ਵਡਿਆਈ ਦੇ ਯੋਗ ਹੈ। ਆਮੀਨ। ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਨੀਚ ਵਾਸ਼ਨਾਵਾਂ ਵਿੱਚ ਛੱਡ ਦਿੱਤਾ, ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗੈਰ ਕੁਦਰਤੀ ਸੰਬੰਧ ਰੱਖਣ ਲੱਗੀਆਂ। ਇਸੇ ਤਰ੍ਹਾਂ ਆਦਮੀ ਲੋਕ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪੋ ਵਿੱਚ ਇੱਕ ਦੂਜੇ ਦੇ ਲਈ ਕਾਮ ਵਾਸਨਾ ਵਿੱਚ ਜਲਣ ਲੱਗੇ। ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਨਾਲ ਹੀ ਦੁਰਾਚਾਰ ਕਰਕੇ ਆਪਣੇ ਵਿੱਚ ਹੀ ਆਪਣੇ ਕੀਤੇ ਦੀ ਠੀਕ ਸਜ਼ਾ ਪਾਈ। ਉਹਨਾਂ ਨੇ ਪਰਮੇਸ਼ਵਰ ਨੂੰ ਮਾਨਤਾ ਦੇਣੀ ਠੀਕ ਨਾ ਸਮਝਿਆ, ਇਸ ਲਈ ਪਰਮੇਸ਼ਵਰ ਨੇ ਵੀ ਉਹਨਾਂ ਨੂੰ ਉਹਨਾਂ ਦੀ ਨੀਚ ਬੁੱਧੀ ਦੇ ਸਹਾਰੇ ਛੱਡ ਦਿੱਤਾ। ਇਸ ਕਾਰਨ ਉਹ ਅਚਰਨਹੀਣ ਹੋ ਗਏ। ਉਹ ਹਰ ਤਰ੍ਹਾਂ ਦੇ ਕੁਧਰਮ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ। ਉਹ ਈਰਖਾ, ਕਤਲ, ਝਗੜੇ, ਧੋਖਾ ਤੇ ਬਦਨੀਤੀ ਨਾਲ ਭਰਪੂਰ ਹੋ ਗਏ। ਉਹ ਚੁਗਲਖੋਰ, ਨਿੰਦਕ, ਪਰਮੇਸ਼ਵਰ ਦੇ ਵੈਰੀ, ਢੀਠ, ਘਮੰਡੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਤਾ ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਬੁੱਧੀਹੀਨ, ਅਵਿਸ਼ਵਾਸੀ, ਬਿਨਾਂ ਪਿਆਰ ਦੇ, ਬਿਨਾਂ ਦਇਆ ਦੇ ਹੋ ਗਏ। ਉਹ ਪਰਮੇਸ਼ਵਰ ਦੇ ਫੈਸਲੇ ਨੂੰ ਜਾਣਦੇ ਹੋਏ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਦੀ ਸਜ਼ਾ ਮੌਤ ਹੈ, ਆਪ ਵੀ ਇਹੋ ਜਿਹੇ ਕੰਮ ਕਰਦੇ ਹਨ, ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ। ਆਮੀਨ। ਅਸੀਂ ਉਸ ਸਮੇਂ ਦੇ ਵਿੱਚ ਜੀਨੇ ਪਏ ਜਿੱਥੇ ਤੁਸੀਂ ਮੇਰੀ ਬੁਰਾਈ ਨੂੰ ਇਹ ਮੈਨ ਕਹਿ ਦਿੰਦੇ ਆ ਤੇ ਮੈਂ ਤੁਹਾਡੀ ਬੁਰਾਈ ਨੂੰ ਇਹ ਮੈਨ ਕਹਿ ਦਿੰਦਾ। ਤੁਹਾਨੂੰ ਵੀ ਪਤਾ ਮੈਂ ਗਲਤ ਹਾਂ ਤੇ ਮੈਨੂੰ ਵੀ ਪਤਾ ਤੁਸੀਂ ਗਲਤ। ਠੀਕ। ਸੋ ਉਹ ਚੀਜ਼ਾਂ ਜੋ ਪ੍ਰਭੂ ਨੇ ਉਹਨਾਂ ਨੂੰ ਕਹੀਆਂ ਸੀ ਕਿ ਨਹੀਂ ਕਰਨੀ, ਨਾ ਤੁਸੀਂ ਹੱਥਾਂ ਦੀ ਬਣਾਈ ਕਿਸੇ ਚੀਜ਼ ਦੇ ਮੂਹਰੇ ਝੁਕਣਾ, ਚਾਹੇ ਉਹ ਲੱਕੜੀ ਦੀ ਹੋਵੇ, ਚਾਹੇ ਉਹ ਧਾਤ ਦੀ ਹੋਵੇ। ਤੁਸੀਂ ਕਿਸੇ ਤਰ੍ਹਾਂ ਦਾ ਮਨੁੱਖੀ ਰੂਪ, ਜਾਂ ਉਹ ਚਾਹੇ ਮਨੁੱਖ ਦਾ ਹੋਵੇ ਜਾਂ ਔਰਤ ਦਾ ਹੋਵੇ, ਤੁਸੀਂ ਕਿਸੇ ਵੀ ਤਰ੍ਹਾਂ ਦੇ ਜਾਨਵਰ, ਚਾਹੇ ਉੱਡਣ ਵਾਲਾ ਹੋਵੇ, ਚਾਹੇ ਉਹ ਧਰਤੀ ਤੇ ਚੱਲਣ ਵਾਲਾ ਹੋਵੇ, ਤੇ ਚਾਹੇ ਉਹ ਪਾਣੀ ਦੇ ਵਿੱਚ ਹੋਵੇ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੇ ਮੂਹਰੇ, ਔਰ ਨਾ ਤੁਸੀਂ ਤਾਰਿਆਂ ਨੂੰ, ਨਾ ਤੁਸੀਂ ਚੰਦ ਨੂੰ, ਨਾ ਤੁਸੀਂ ਸੂਰਜ, ਇਹਨਾਂ ਚੀਜ਼ਾਂ ਦੀ ਤੁਸੀਂ ਪੂਜਾ ਨਹੀਂ ਕਰਨੀ। ਲੇਕਿਨ ਜਿਸਲੇ ਇਹਨਾਂ ਨੇ ਹੁਣ ਉਸ ਧਰਤੀ ਤੇ ਜਾਣਾ, ਇਹਨਾਂ ਨੇ ਇਹ ਸਾਰੇ ਕੰਮ ਕਰਨੇ ਸ਼ੁਰੂ ਕਰ ਦੇਣੇ ਆ, ਔਰ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਹੁਣ ਪੜ੍ਹ ਕੇ ਹਟੇ, ਉਸ ਦਾ ਫਲ ਇਹ ਮਿਲਣਾ। ਉਹਨਾਂ ਚੀਜ਼ਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਜੁੜੀਆਂ, ਐਂਡ ਪਲੱਸ ਬੋਨਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਸੋ ਇਸ ਕਰਕੇ ਸਾਡਾ ਪ੍ਰਭੂ ਸਾਨੂੰ ਨਹੀਂ ਮੰਗਦਾ ਕਿ ਅਸੀਂ ਕਿਸੇ ਵੀ ਕਿਸਮ ਦੀ ਬੁੱਤ ਪ੍ਰਸਤੀ ਜਾਂ ਕਿਸੇ ਵੀ ਇਨਸਾਨ ਨੂੰ ਪਰਮੇਸ਼ਰ ਦੇ ਬਰਾਬਰ ਬਣਾਈਏ। ਕੋਈ ਇਨਸਾਨ ਜਿਹੜਾ ਕਿ ਉਸ ਦੇ ਵੱਲੋਂ ਨਹੀਂ, ਇੱਕ ਪ੍ਰਭੂ ਯਿਸੂ ਮਸੀਹ ਤੋਂ ਸਿਵਾਏ, ਕਿਉਂਕਿ ਉਹ ਪਵਿੱਤਰ ਆਤਮਾ ਤੋਂ ਪੈਦਾ ਹੋਏ ਸੀ, ਔਰ ਉਹ ਆਪਣੇ ਆਪ ਨੂੰ ਖਾਲੀ ਕਰਕੇ ਇਸ ਧਰਤੀ ਦੇ ਉੱਤੇ ਆਏ ਸੀ। ਸੰਪੂਰਨ ਮਨੁੱਖ, ਸੰਪੂਰਨ ਪਰਮੇਸ਼ਵਰ ਧਰਤੀ ਤੇ ਸਾਨੂੰ ਉਹਨਾਂ ਦੇ ਵਿੱਚ ਮਿਲਿਆ। ਉਹਨਾਂ ਤੋਂ ਇਲਾਵਾ, ਉਸ ਨਾਮ ਤੋਂ ਇਲਾਵਾ ਅਸੀਂ ਹੋਰ ਕਿਸੇ ਨਾਮ ਨੂੰ ਉੱਚਾ ਨਹੀਂ ਕਰਦੇ, ਔਰ ਪਵਿੱਤਰ ਆਤਮਾ ਵੀ ਸਾਨੂੰ ਉਸ ਨਾਮ ਦੇ ਵੱਲ ਨੂੰ ਹੀ ਲੈ ਕੇ ਜਾਂਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਸਵਰਗੀ ਬਾਪ ਵੀ ਆ, ਉਹ ਵੀ ਸਾਨੂੰ ਉਸ ਦੇ ਵੱਲ ਲੈ ਕੇ ਜਾਂਦਾ। ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਗੱਲ ਫਿਰ ਉੱਥੇ ਹੀ ਆ ਗਈ, ਸ਼ਬਦ ਤੇ ਗੱਲ ਫਿਰ ਸੁਣਨ ਤੇ ਆ ਤੇ ਕਰਨ ਤੇ ਆ।
ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਸੋ ਆਓ ਹੁਣ ਪ੍ਰਭੂ ਨੇ ਸਾਨੂੰ ਚੁਣਿਆ ਔਰ ਸਾਨੂੰ ਉਸਨੇ ਵੱਖਰੇ ਕੀਤਾ। ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਸਾਡੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਗਏ। ਅਸੀਂ ਉਹ ਲੋਕ ਔਰ ਉਸਦੀ ਹੁਣ ਅਸੀਂ ਮਹੱਤਤਾ ਇੱਥੇ ਜਾਣਾਂਗੇ। ਇੱਥੇ ਜਿਹੜਾ ਅਗਲਾ ਹਿੱਸਾ ਆ ਉਸਦੇ ਵਿੱਚ ਇਹ ਦੱਸਿਆ ਜਾਏਗਾ ਕਿ ਪ੍ਰਭੂ ਦੇ ਵਿੱਚ ਹੋਣ ਦਾ ਸਭ ਤੋਂ ਵੱਡਾ ਮਾਣ ਕੀ, ਸਭ ਤੋਂ ਵੱਡਾ ਮਾਣ ਕੀ ਹੈ। ਜੇ ਕਿਸੇ ਬੰਦੇ ਦੇ ਕੰਨ ਖੋਲ ਜਾਣ ਔਰ ਅੱਖਾਂ ਖੋਲ ਜਾਣ ਔਰ ਉਹ ਪ੍ਰਭੂ ਉਸਦੀਆਂ ਅੱਖਾਂ ਖੋਲਦਾ ਹੈ ਔਰ ਉਸਦੇ ਕੰਨ ਖੋਲਦਾ ਹੈ ਔਰ ਉਸਨੂੰ ਆਪਣੇ ਕੋਲ ਲੈ ਕੇ ਆ ਜਾਏ ਔਰ ਯਿਸੂ ਦੇ ਕੋਲੋਂ ਬੰਦਾ ਆ ਜਾਏ, ਉਸਦੀ ਬਰਕਤ ਕੀ ਆ, ਇਹ ਅਸੀਂ ਅਗਲੇ ਹਿੱਸੇ 'ਚ ਦੇਖਾਂਗੇ। ਆਓ ਅਸੀਂ ਉਸ ਨੂੰ 32 ਤੋਂ ਲੈ ਕੇ 40 ਤੱਕ ਦੇਖਾਂਗੇ। ਜਿਸ ਨੂੰ ਪਰਮੇਸ਼ਰ ਦੁਆਰਾ ਚੋਣ ਦੀ ਮਹਾਨਤਾ। ਪਿੱਛੇ ਜਾ ਚੁੱਕੇ ਕਾਲਾਂ ਤੇ ਧਿਆਨ ਦੇਵੋ, ਉਸ ਸਮੇਂ ਤੇ ਜਦੋਂ ਤੁਸੀਂ ਅਜੇ ਪੈਦਾ ਵੀ ਨਹੀਂ ਹੋਏ ਸੋ, ਇੱਥੋਂ ਤੱਕ ਕਿ ਠੀਕ ਉਸ ਆਰੰਭ ਦੇ ਕਾਲ ਤੇ ਜਦੋਂ ਪਰਮੇਸ਼ਰ ਨੇ ਇਸ ਧਰਤੀ ਤੇ ਮਨੁੱਖ ਦੀ ਰਚਨਾ ਕੀਤੀ ਸੀ। ਤੁਸੀਂ ਪੂਰੀ ਧਰਤੀ ਦੇ ਇੱਕ ਸਿਰੇ ਤੋਂ ਸ਼ੁਰੂ ਕਰਕੇ ਦੂਜੇ ਸਿਰੇ ਤੱਕ ਇਸ ਗੱਲ ਦੀ ਖੋਜ ਕਰੋ ਅਤੇ ਪੁੱਛੋ ਕਿ ਕੀ ਇਸ ਤਰ੍ਹਾਂ ਦੀ ਮਹਾਨ ਘਟਨਾ ਕਿਤੇ ਪਹਿਲਾਂ ਵਾਪਰੀ ਸੀ ਜਾਂ ਸੁਣੀ ਗਈ ਸੀ। ਕੀ ਕਦੀ ਕਿਸੇ ਮਨੁੱਖ ਨੇ ਵੀ ਪਰਮੇਸ਼ਰ ਦੀ ਆਵਾਜ਼ ਨੂੰ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣਿਆ ਸੀ, ਜਿਸ ਤਰ੍ਹਾਂ ਤੁਸੀਂ ਸੁਣਿਆ ਅਤੇ ਉਸ ਦੇ ਪਿੱਛੋਂ ਅੱਜ ਤੱਕ ਜਿਉਂਦੇ ਵੀ ਹੋ? ਜਾਂ ਕਦੀ ਕਿਸੇ ਦੇਵਤਾ ਨੇ ਆਪਣੇ ਲਈ ਕਿਸੇ ਕੌਮ ਨੂੰ ਆਪ ਜਾ ਕੇ ਦੂਜੀਆਂ ਕੌਮਾਂ ਵਿੱਚੋਂ ਚੁਣਿਆ ਹੋਵੇ, ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਰਮੇਸ਼ਰ ਨੇ ਮਿਸਰ ਦੇ ਵਿੱਚੋਂ ਪਰਤਾਵੀਆਂ ਚਿੰਨ੍ਹਾਂ, ਅਦਭੁਤ ਕੰਮਾਂ, ਲੜਾਈਆਂ, ਡਰਾਵਿਆਂ ਅਰਥਾਤ ਆਪਣੇ ਸ਼ਕਤੀਸ਼ਾਲੀ ਹੱਥ ਅਤੇ ਬਲਵੰਤ ਬਾਂਹ ਦੇ ਜ਼ੋਰ ਨਾਲ ਚੁਣਿਆ। ਇਹ ਸਭ ਕੰਮ ਉਸਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀਤੇ ਸਨ। ਉਸਨੇ ਇਹ ਸਭ ਕੰਮ ਤੁਹਾਨੂੰ ਦਿਖਾਉਣ ਦੇ ਲਈ ਹੀ ਕੀਤੇ ਕਿ ਤੁਸੀਂ ਜਾਣ ਜਾਵੋ ਕਿ ਉਹ ਅਰਥਾਤ ਪ੍ਰਭੂ ਹੀ ਇਕੱਲਾ ਇੱਕਮਾਤਰ ਪਰਮੇਸ਼ਰ ਹੈ ਅਤੇ ਉਸ ਦੇ ਸਾਹਮਣੇ ਹੋਰ ਕੋਈ ਵੀ ਨਹੀਂ ਹੈ। ਆਕਾਸ਼ ਤੋਂ ਉਹਨੇ ਆਪਣੀ ਆਵਾਜ਼ ਤੁਹਾਨੂੰ ਸੁਣਨ ਲਈ ਦਿੱਤੀ ਕਿ ਉਹ ਤੁਹਾਨੂੰ ਸਿੱਖਿਆ ਦੇਵੇ। ਧਰਤੀ ਤੇ ਉਸਨੇ ਆਪਣੀ ਵੱਡੀ ਅੱਗ ਤੁਹਾਨੂੰ ਦੇਖਣ ਦਿੱਤੀ ਅਤੇ ਤੁਸੀਂ ਉਸੇ ਅੱਗ ਵਿੱਚੋਂ ਹੀ ਉਸ ਦੇ ਬੋਲ ਸੁਣੇ, ਕਿਉਂਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਪਿਆਰ ਕੀਤਾ ਸੀ ਅਤੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਸੰਤਾਨ ਨੂੰ ਵੀ ਚੁਣਿਆ। ਇਸੇ ਲਈ ਉਹ ਤੁਹਾਨੂੰ ਮਿਸਰ ਦੇਸ਼ ਵਿੱਚੋਂ ਆਪਣੇ ਸਾਹਮਣੇ ਆਪਣੇ ਵੱਡੇ ਜ਼ੋਰ ਨਾਲ ਕੱਢ ਕੇ ਲਿਆਇਆ ਸੀ। ਉਸਨੇ ਤੁਹਾਡੇ ਸਾਹਮਣੇ ਉਹ ਸਭ ਵੱਡੀਆਂ ਅਤੇ ਤੁਹਾਡੇ ਨਾਲੋਂ ਤਾਕਤਵਰ ਕੌਮਾਂ ਨੂੰ ਕੱਢ ਦਿੱਤਾ ਕਿ ਉਹ ਤੁਹਾਨੂੰ ਉਹਨਾਂ ਦੀ ਥਾਂ ਲਿਆਵੇ ਅਤੇ ਉਹਨਾਂ ਦੀ ਧਰਤੀ ਤੁਹਾਨੂੰ ਮਲਕੀਅਤ ਦੇ ਤੌਰ ਤੇ ਦੇਵੇ, ਜੋ ਅੱਜ ਤੁਹਾਡੇ ਸਾਹਮਣੇ ਹੈ। ਇਸ ਲਈ ਤੁਸੀਂ ਹੁਣ ਪੂਰੀ ਤਰ੍ਹਾਂ ਨਾਲ ਯਾਦ ਰੱਖੋ ਅਤੇ ਇਸ ਸੱਤ ਨੂੰ ਕਦੀ ਵੀ ਨਾ ਭੁੱਲੋ ਕਿ ਪ੍ਰਭੂ ਹੀ ਆਕਾਸ਼ ਅਤੇ ਧਰਤੀ ਉੱਤੇ ਕੇਵਲ ਇੱਕਮਾਤਰ ਪਰਮੇਸ਼ਰ ਹੈ, ਦੂਜਾ ਕੋਈ ਵੀ ਨਹੀਂ ਹੈ। ਇਸ ਲਈ ਤੁਸੀਂ ਉਸ ਦੇ ਸਭ ਵਿਧੀਆਂ ਵਿਧਾਨ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਇਹ ਕਰਨ ਦੁਆਰਾ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੀ ਸੰਤਾਨ ਦਾ ਭਲਾ ਹੋਵੇਗਾ ਅਤੇ ਤੁਸੀਂ ਉਸ ਧਰਤੀ ਤੇ ਬਹੁਤ ਦਿਨ ਰਹਿ ਸਕੋਗੇ ਜੋ ਤੁਹਾਨੂੰ ਪ੍ਰਭੂ ਤੁਹਾਡਾ ਪਰਮੇਸ਼ਰ ਦੇ ਰਿਹਾ ਹੈ। ਆਮੀਨ। ਇੱਥੇ ਹੁਣ ਇੱਕ ਬਹੁਤ ਵੱਡਾ ਜਿਹੜਾ ਕੁਐਸਚਨ ਆ ਉਸ ਦਾ ਹੁਣ ਇੱਕ ਆਨਸਰ। ਤੇ ਪਹਿਲਾ ਕੁਐਸਚਨ ਇਹ ਆ, ਮੈਂ ਪ੍ਰਭੂ ਨੂੰ ਸਵੀਕਾਰ ਕੀਤਾ ਕਿ ਪ੍ਰਭੂ ਨੇ ਮੈਨੂੰ ਸਵੀਕਾਰ ਕੀਤਾ? ਮੈਂ ਪ੍ਰਭੂ ਨੂੰ ਚੁਣਿਆ ਕਿ ਪ੍ਰਭੂ ਨੇ ਮੈਨੂੰ ਚੁਣਿਆ? ਪ੍ਰਭੂ ਨੇ ਚੁਣਿਆ। That's number one, right? So ਪ੍ਰਭੂ ਨੇ ਸਾਨੂੰ ਚੁਣਿਆ, ਪ੍ਰਭੂ ਨੇ ਸਾਨੂੰ ਵੱਖਰੇ ਕੀਤਾ। ਅਸੀਂ ਉਸ ਦਾ ਚੁਣਾਵ ਕੀਤੇ ਗਏ ਲੋਕਾਂ। ਸੋ ਹੁਣ ਜਿਹੜੀ ਚੀਜ਼ ਆ ਸਾਡੇ ਸਾਹਮਣੇ ਅੱਜ ਵੀ ਮਿਸਰ ਦੇਸ਼ ਆ, ਉੱਥੇ ਅੱਜ ਵੀ ਜਿਹੜੇ ਇਬਰਾਨੀਆਂ ਦੇ ਜਿਹੜੇ ਘਰਾਂ ਦੀਆਂ ਨੀਆਂ ਜਿਹੜੀਆਂ ਹੈਗੀਆਂ ਆ, ਉੱਥੋਂ ਪਤਾ ਲੱਗਦਾ ਪਿਆ ਕਿ ਇੱਥੇ ਇਬਰਾਨੀ ਲੋਕ ਰਹਿ ਕੇ ਗਏ ਆ। ਅੱਜ ਵੀ ਉੱਥੇ ਯੂਸਫ ਦਾ ਜਿਹੜਾ ਟੂਮ ਆ ਉਹ ਹਾਲੇ ਵੀ ਹੈਗਾ, ਕਿਉਂਕਿ ਜਿਹੜੇ ਮਿਸਰੀ ਹੁੰਦੇ ਸੀਗੇ, ਜਿਹੜੇ ਮਿਸਰੀ ਰਾਜੇ ਹੁੰਦੇ ਸੀਗੇ, ਉਹਨਾਂ ਦੀ ਹਮੇਸ਼ਾ ਜਿਹੜਾ ਕੱਪੜੇ ਪਾਏ ਹੁੰਦੇ ਸੀ ਉਹ ਚਿੱਟੀ ਜਿਹੜੀ ਲਿਨਨ ਦੇ ਕੱਪੜੇ, ਚਿੱਟੇ ਲਿਨਨ ਦੇ ਕੱਪੜੇ ਉਹ ਪਾਉਂਦੇ ਸੀ। ਔਰ ਉਹਨਾਂ ਦਾ ਕੱਪੜੇ ਪਾਉਣ ਦਾ ਵੀ ਇੱਕ ਸਟਾਈਲ ਹੁੰਦਾ ਸੀ। ਔਰ ਜੇ ਰਾਜਾ ਹੋਵੇ ਤਾਂ ਉਹਦੇ ਸਿਰ ਦੇ ਉੱਤੇ ਇੱਕ ਮੁਕਟ ਹੁੰਦਾ ਸੀਗਾ, ਤੇ ਜੇ ਉਹ ਸਮਰਾਟ ਸੀਗਾ ਕਿ ਉਹ ਲਹਿੰਦੇ ਪਾਸੇ ਤੇ ਚੜ੍ਹਦੇ ਪਾਸੇ ਦੋਨੇ ਜਿਹੜਾ ਸੀਗਾ ਮਿਸਰ ਦੇ ਹਿੱਸੇ ਉਹਦੇ ਕੋਲ ਹੁੰਦੇ ਸੀਗੇ, ਤਾਂ ਫਿਰ ਉਹਦੇ ਸਿਰ ਦੇ ਉੱਤੇ 2 ਮੁਕਟ ਹੁੰਦੇ ਸੀ।
ਮੁਕਟ ਦੇ ਵਿੱਚ ਮੁਕਟ ਹੁੰਦਾ ਸੀ। ਔਰ ਜਿਹੜਾ ਅਸੀਂ ਇਹਦੀ ਅਸੀਂ ਦੇਖਦੇ ਪਏ ਹਾਂ ਕਿ ਮਿਸਰ ਦੇ ਵਿੱਚ ਯੂਸਫ ਦੀ ਜਿਹੜਾ ਉਹਨਾਂ ਨੇ ਟੂਮ ਬਣਾਇਆ ਆ, ਉੱਥੇ ਕੱਪੜੇ ਚਿੱਟੇ ਨਹੀਂ ਗਏ, ਉੱਥੇ ਕੱਪੜੇ ਰੰਗਦਾਰ। ਔਰ ਉਹਨਾਂ ਨੇ ਜੋ ਉਹਦੇ ਬਾਪ ਨੇ ਉਸਨੂੰ ਇੱਕ ਕੁੜਤਾ ਬਣਾ ਕੇ ਦਿੱਤਾ ਸੀ ਤਰ੍ਹਾਂ ਤਰ੍ਹਾਂ ਦੇ ਰੰਗ ਦੇ ਕੱਪੜਿਆਂ ਦਾ, ਜਿਹੜੀ ਉੱਥੇ ਉਹਦੀ ਮੂਰਤੀ ਬਣੀ ਹੋਆ ਉਹ ਉਹਨਾਂ ਚੀਜ਼ਾਂ ਦੀ ਬਣੀ, ਭਾਵੇਂ ਉਹ ਟੁੱਟ ਭੱਜ ਚੁੱਕੀ ਹੈ, ਲੇਕਿਨ ਫਿਰ ਵੀ ਜਿਹੜੇ ਸਾਇੰਟਿਸਟ ਆ ਜੋੜ ਲੈਂਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਦੂਸਰੀ ਚੀਜ਼, ਸਾਡੇ ਕੋਲ ਅੱਜ ਵੀ ਲਾਲ ਸਾਗਰ ਦੇ ਵਿੱਚ ਪੀਹਾਹੀਰੋਥ ਦੇ ਕੰਢੇ ਦੇ ਉੱਤੇ, ਔਰ ਉਹ ਜਿਹੜਾ ਰਸਤਾ ਗੱਬੇ ਦੀ ਬਣਿਆ ਆ ਲਾਲ ਸਾਗਰ ਦੇ ਵਿੱਚ, ਯਮਸੁਫ ਉਹਦਾ ਨਾਮ ਹੈ, ਲਾਲ ਸਾਗਰ ਦੇ ਵਿੱਚ, ਉੱਥੇ ਹਾਲੇ ਵੀ ਜਿਹੜੀ ਸੈਨਾ ਉੱਥੋਂ ਦੀ ਲੰਘੀ ਹੈ, ਜਿਹੜੇ ਮਰੇ ਆ, ਜਿਹੜੇ ਰੱਥਾਂ ਦੇ ਪਹੀਏ ਆ, ਉਹ ਹਾਲੇ ਵੀ ਉੱਥੇ ਮਿਲਦੇ। ਦੂਸਰਾ, ਇਹ ਜਿੱਥੋਂ ਦੀ ਲੰਘ ਕੇ ਆਏ ਆ, ਜਿਹੜੀਆਂ ਚੀਜ਼ਾਂ ਵੀ ਇੱਥੇ 7 ਖੂਹ ਸੀ, ਇੱਥੇ ਅੰਜੀਰਾਂ ਦੇ ਰੁੱਖ ਸੀ, ਇੱਥੇ ਪਾਣੀ ਨਿਕਲਿਆ, ਇੱਥੇ ਇਹਨਾਂ ਨੇ ਬੁੱਤ ਪ੍ਰਸਤੀ ਕੀਤੀ, ਬੱਚੇ ਦੀ ਪੂਜਾ ਕੀਤੀ, ਇੱਥੋਂ ਪਾਣੀ, ਪ੍ਰਭੂ ਨੇ ਉਹਨਾਂ ਨੂੰ ਪਾਣੀ ਕੱਢ ਕੇ ਦਿੱਤਾ ਚਟਾਨ ਦੇ ਵਿੱਚੋਂ ਦੀ ਫੁਹਾਰਾ ਫੁੱਟਿਆ, ਇੰਨੀ ਜ਼ੋਰ ਦੀ ਫੁੱਟਿਆ ਕਿ ਚਟਾਨ ਦੇ 2 ਹਿੱਸੇ ਹੋ ਗਏ। ਉਹ ਅੱਜ ਵੀ ਹੈਗੇ। ਔਰ ਸਭ ਤੋਂ ਜ਼ਿਆਦਾ ਇਜ਼ਰਾਈਲ ਅੱਜ ਵੀ ਦੇਸ਼ ਆ, ਔਰ ਅੱਜ ਵੀ ਉਹ ਲੋਕ ਉੱਥੇ ਰਹਿੰਦੇ ਪਏ। ਔਰ ਪ੍ਰਭੂ ਉਹਨਾਂ ਨੂੰ ਕੱਢ ਕੇ ਕਿੱਦਾਂ ਲੈ ਕੇ ਆਇਆ? ਐਡੇ ਵੱਡੇ ਸਾਮਰਾਜ ਦੇ ਵਿੱਚੋਂ ਕੱਢ ਕੇ ਲੈ ਕੇ ਆਉਣਾ ਕੋਈ ਸੌਖਾ ਸੀ? ਮੂਸਾ ਦੇ ਹੱਥ ਦੇ ਵਿੱਚ ਇੱਕ ਲਾਠੀ ਸੀ, ਬਸ। ਲਾਠੀ ਨੂੰ ਪਾਣੀ ਦੇ ਉੱਤੇ, ਲਾਠੀ ਇਹਦੇ ਮੋਢੇ ਸੁੱਟ ਦੇ, ਇਹ ਸਭ ਬਣ ਜਾਊਗੀ। ਲਾਠੀ ਨੂੰ ਤੂੰ ਪਾਣੀ ਦੇ ਉੱਤੇ ਮਾਰ, ਇਹ ਖੂਨ ਦੇ ਵਿੱਚ ਬਦਲ ਜਾਊਗੀ। ਲਾਠੀ ਨੂੰ ਸਮੁੰਦਰ ਦੇ ਉੱਤੇ, ਸਮੁੰਦਰ ਦੇ ਵੱਲ ਨੂੰ ਕਰ, ਤੇ ਇਹ 2 ਹਿੱਸਿਆਂ ਦੇ ਵਿੱਚ ਵੰਡ ਹੋ ਜਾਏਗਾ। ਲਾਠੀ ਨੂੰ ਤੂੰ ਇਸ ਚਟਾਨ ਤੇ ਮਾਰ ਕੇ ਥੱਲਿਓਂ ਪਾਣੀ ਦੇ ਫੁਹਾਰੇ ਫੁੱਟਣਗੇ। ਇੱਕ ਲਾਠੀ ਦੇ ਨਾਲ ਉਹ ਇਸ ਸਾਰੀ ਕੌਮ ਨੂੰ ਕੱਢ ਕੇ ਲੈ ਕੇ ਆਇਆ। ਕੋਈ ਜੰਗ ਨਹੀਂ ਲੜੀ। ਇੱਕ ਐਦਾਂ ਦਾ ਨੇਮ ਉਹਨਾਂ ਦੇ ਹੱਥਾਂ ਦੇ ਵਿੱਚ ਆ, ਜੋ ਨਾ ਐਦਾਂ ਦਾ ਵਿਧਾਨ, ਐਦਾਂ ਦੀ ਵਿਧੀ ਉਹਨਾਂ ਦੇ ਹੱਥਾਂ ਦੇ ਵਿੱਚ, ਨਾ ਉਹ ਉਸ ਸਮੇਂ ਤੋਂ ਪਹਿਲਾਂ ਸੀ ਔਰ ਨਾ ਉਸ ਸਮੇਂ ਤੋਂ ਬਾਅਦ ਕਦੀ ਆਈ। ਹਰ ਚੀਜ਼ ਉਹਦੇ ਵਿੱਚੋਂ ਲਈ ਗਈ ਆ, ਪਰ ਉਹਦੇ ਚ ਐਡ ਨਹੀਂ ਕੋਈ ਕਰ ਸਕਿਆ। ਦੁਨੀਆ ਦੇ ਵਿੱਚ ਜਿੰਨੇ ਵੀ ਦੇਸ਼ ਆ ਜਿਹਨਾਂ ਦੇ ਵਿਧੀ ਵਿਧਾਨ ਆ, ਔਰ ਭਾਵੇਂ ਅਸੀਂ ਮੁਸਲਿਮ ਦੇਸ਼ ਵੀ ਕਹਿ ਲਈਏ, ਔਰ ਜਿਹੜੇ ਉਹਨਾਂ ਦੀ ਸ਼ਰੀਆ ਹੈ, ਇਟਸ ਦ ਸੇਮ। ਔਰ ਉਹ ਤਾਂ ਉਹਨਾਂ ਨੂੰ ਤਾਂ ਹਾਲੇ ਆਇਆਂ ਨੂੰ ਵੀ ਕੋਈ 1100-1200 ਸਾਲ ਹੀ ਹੋਏ। ਨਾ ਇਸ ਤੋਂ ਪਹਿਲਾਂ ਕੋਈ ਵਿਧਾਨ ਸੀ ਇਦਾਂ ਦਾ, ਤੇ ਨਾ ਉਸ ਤੋਂ ਬਾਅਦ ਕੋਈ ਆਇਆ। ਜਿਹੜਾ ਇੰਡੀਆ ਦੇ ਵਿੱਚ ਵੀ, ਕਿਉਂਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਬੇਸਿਕਲੀ ਜਿਹੜਾ ਉੱਥੇ ਦਾ ਵਿਧਾਨ ਹੈਗਾ ਆ, ਉਹ ਸਾਰੇ ਦਾ ਸਾਰਾ ਸੇਮ ਐਜ਼ ਅਸੀਂ ਕਹਿ ਸਕਦੇ ਹਾਂ ਜਿਹੜਾ ਬ੍ਰਿਟਿਸ਼ ਛੱਡ ਕੇ ਆਇਆ। ਔਰ ਜਿੱਥੇ ਬ੍ਰਿਟਿਸ਼ ਨੇ ਰਾਜ ਕੀਤਾ ਹੈਗਾ, ਬੇਸਿਕਲੀ ਅੱਜ ਵੀ ਜਿੰਨਾ ਵੀ ਲੀਗਲ, ਜਿੰਨਾ ਵੀ ਕਾਨੂੰਨ ਆ, ਉਹਦੇ ਹਿਸਾਬ ਦੇ ਨਾਲ ਹੀ ਚੱਲਦਾ ਪਿਆ। ਐਂਡ ਬੇਸਿਕਲੀ that's biblical. That's biblical. So, ਇੱਕ ਐਸੀ ਚੀਜ਼ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਦਿੱਤੀ ਆ, ਜਿਹੜੀ ਨਾ ਕਦੀ ਪਹਿਲਾਂ ਹੋਈ ਹੈ ਤੇ ਨਾ ਕਦੀ ਹੋਏਗੀ। ਮੈਂ ਤੁਹਾਨੂੰ ਲੋਕਾਂ ਨੂੰ ਚੁਣਿਆ, ਤੁਸੀਂ ਕੋਈ ਮਜ਼ਬੂਤ ਲੋਕ ਨਹੀਂ ਸੀਗੇ, ਗੁਲਾਮ ਸੀਗੇ, ਔਰ ਮੈਂ ਗੁਲਾਮਾਂ ਨੂੰ ਲੈ ਕੇ ਆਇਆ। ਔਰ ਆਪਣੇ ਵੱਡਿਆਂ ਕੰਮਾਂ ਦੇ ਨਾਲ ਹਰ ਚੀਜ਼ ਜੋ ਪਰਮੇਸ਼ਵਰ ਨੇ ਕੀਤੀ, ਹਰ ਚੀਜ਼ ਤੁਹਾਡੇ ਲਈ ਮੈਂ ਕੀਤੀ, ਔਰ ਉਹ ਹਰ ਚੀਜ਼ ਦੇ ਵਿੱਚ ਕਹਿ ਸਕਦੇ ਸੀ ਕਿ ਇਹਨਾਂ ਦਾ ਪਰਮੇਸ਼ਵਰ ਇਹ ਕੰਮ ਕਰਦਾ ਪਿਆ।
ਤੁਸੀਂ ਇੱਕ ਐਸੇ ਲੋਕ ਆ ਜਿਨ੍ਹਾਂ ਦੇ ਹੱਥ ਦੇ ਵਿੱਚ, ਜਿਨ੍ਹਾਂ ਦੇ ਕੋਲ ਉਸ ਸੋਨੇ ਦੇ ਸੰਦੂਕ ਦੇ ਵਿੱਚ ਪਰਮੇਸ਼ਰ ਦੇ ਹੱਥ ਦੇ ਨਾਲ ਲਿਖੀ ਹੋਈ ਚੀਜ਼ ਪਈ ਆ, ਉਹਦੀ ਉਂਗਲੀ ਦੇ ਨਾਲ ਲਿਖੀ ਹੋਈ ਚੀਜ਼ ਪਈ। ਇਸ ਧਰਤੀ ਦੇ ਉੱਤੇ ਇੱਕੋ ਹੀ ਕੌਮ ਹੈ ਸੀ, ਬਾਕੀ ਸਾਰਿਆਂ ਨੇ ਲਿਖੀਆਂ ਇੱਕੋ ਹੀ ਕੌਮ, ਔਰ ਯਹੂਦੀ, ਜਿਨ੍ਹਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਪੈਦਾ ਹੋਏ। ਮੈਂ ਤੁਹਾਨੂੰ ਚੁਣਿਆ ਔਰ ਮੈਂ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆ ਗਿਆ ਜਿੱਥੇ ਤੁਸੀਂ ਕੰਢੇ ਤੇ ਖੜੇ ਆ, ਔਰ ਹੁਣ ਇਹ ਧਰਤੀ ਵੀ ਤੁਹਾਨੂੰ, ਇਸ ਧਰਤੀ ਦੇ ਉੱਤੇ ਜਿੱਤ ਵੀ ਤੁਹਾਨੂੰ ਮੈਂ ਦਊਂਗਾ। ਤੁਸੀਂ ਸਿਰਫ ਕਬਜ਼ੇ ਕਰਨੇ, ਤੁਸੀਂ ਸਿਰਫ ਕਬਜ਼ੇ ਕਰਨੇ, ਜਿੱਤ ਤੁਹਾਨੂੰ ਮੈਂ ਦਊਂਗਾ। ਔਰ ਇਹੋ ਹੀ ਜਿਹੜੀ ਚੀਜ਼ ਆ ਉਹ ਸੱਚ ਹੈ ਸਾਡੇ ਲਈ। ਸਾਡੇ ਦੇ ਵਿੱਚ ਥਕਾਵਟ ਉਸ ਲਈ ਆਉਂਦੀ ਹੈ ਜਿਸ ਵੇਲੇ ਅਸੀਂ ਪ੍ਰਭੂ ਨੂੰ ਕੁਝ ਕਰਕੇ ਦਿਖਾਉਣਾ ਮੰਗਦੇ, ਉਹਨੂੰ ਕਹਿੰਦੇ ਕਿ ਤੂੰ ਇੱਕ ਪਾਸੇ ਹੋ ਜਾ, ਤੈਨੂੰ ਮੈਂ ਕੁਝ ਕਰਕੇ ਦਿਖਾਉਣਾ, ਤੇ ਫਿਰ ਉਹ ਵਿੱਚ ਨਹੀਂ ਆਉਂਦਾ, ਕਹਿੰਦਾ ਕਰ ਲਾ ਜੋ। ਫਿਰ ਜਿਸ ਵੇਲੇ ਵਾਪਸ ਜਾਂਦੇ ਆ ਤੇ ਫਿਰ ਉਹ ਇਹ ਨਹੀਂ ਕਹਿੰਦਾ ਲਾ ਲਿਆ ਜੋ, ਉਹ ਇਹ ਨਹੀਂ ਕਹਿੰਦਾ, ਕਿਉਂਕਿ ਉਹ ਦਿਆਲੂ ਆ, ਕਿਰਪਾਲੂ, ਦਇਆ ਦੇ ਨਾਲ ਭਰਿਆ, ਉਹ ਮੈਨੂੰ ਜਾਣਦਾ ਮੈਂ ਕੌਣ। ਔਰ ਪ੍ਰਭੂ ਯਿਸੂ ਮਸੀਹ ਨੇ ਵੀ ਇਹੋ ਹੀ ਕਿਹਾ ਹੈ। ਸੋ ਹੁਣ ਅਸੀਂ ਪਹਿਲਾਂ ਅਗਰ ਤੁਸੀਂ ਬਾਈਬਲ ਸਟੱਡੀ ਕਰਵਾਉਣੇ ਆ ਤਾਂ ਤੁਸੀਂ ਇੱਥੇ ਇਸ ਜਗ੍ਹਾ ਦੇ ਵਿੱਚ ਯਹੂਨਾ ਦਾ 6ਵਾਂ ਭਾਗ, ਉਹਦੀ 25 ਤੋਂ 45 ਆਇਤ ਕੋਈ ਜਣਾ ਕੱਢ ਲਵੇ, ਔਰ ਕੋਈ ਜਣਾ ਕੱਢ ਲੈ ਯਹੂਨਾ ਦਾ 10ਵਾਂ ਭਾਗ, ਉਸ ਦੀ 22 ਤੋਂ 30 ਆਇਤ। ਔਰ ਤੁਸੀਂ ਆਪਣਾ ਇੱਥੇ ਲਿਖ ਸਕਦੇ ਆ, ਆਪਣੇ ਨੋਟਸ ਦੇ ਵਿੱਚ ਲਿਖ ਸਕਦੇ ਆ, ਤੇ ਜਿਹੜਾ ਇਹਦਾ ਚੌਥੇ ਭਾਗ ਦਾ 32 ਆਇਤ ਤੋਂ ਲੈ ਕੇ 40 ਆਇਤ ਤੱਕ, ਇਹਦੇ ਨਾਲ ਇਹ ਤਿੰਨ ਜਿਹੜੇ ਹਿੱਸੇ ਆ, ਹਿੱਸੇ ਤਾਂ ਬਹੁਤ, ਤਿੰਨ ਬਹੁਤ ਨਜ਼ਦੀਕ ਆ। ਸੋ ਮੇਰੇ ਨਾਲ ਆ ਜਾਓ 6ਵਾਂ ਭਾਗ, ਉਸ ਦੀ 25 ਤੋਂ 45 ਆਇਤ ਦੇਖੀਏ। ਪ੍ਰਭੂ ਯਿਸੂ ਜੀਵਨ ਦੀ ਰੋਟੀ। ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, ਗੁਰੂ ਜੀ ਤੁਸੀਂ ਇੱਥੇ ਕਦੋਂ ਆਏ ਹੋ? ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਸੰਕੇਤਕ ਚਿੰਨ੍ਹ ਦੇਖੇ ਹਨ, ਸਗੋਂ ਇਸ ਲਈ ਕਿ ਤੁਹਾਨੂੰ ਖਾਣ ਲਈ ਰੋਟੀਆਂ ਮਿਲੀਆਂ ਹਨ ਅਤੇ ਤੁਸੀਂ ਪੇਟ ਭਰ ਕੇ ਖਾਧਾ। ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ, ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਤੱਕ ਰਹਿੰਦਾ ਹੈ। ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੋਹਰ ਲਾਈ ਹੈ। ਉਹਨਾਂ ਨੇ ਯਿਸੂ ਤੋਂ ਪੁੱਛਿਆ, ਪਰਮੇਸ਼ਰ ਦੇ ਕੰਮ ਕਰਨ ਵਾਸਤੇ ਅਸੀਂ ਕੀ ਕਰੀਏ? ਯਿਸੂ ਨੇ ਉੱਤਰ ਵਿੱਚ ਕਿਹਾ, ਪਰਮੇਸ਼ਰ ਦਾ ਕੰਮ ਇਹ ਹੈ, ਜਿਸ ਨੂੰ ਉਸਨੇ ਘੱਲਿਆ ਹੈ ਉਸ ਉੱਤੇ ਵਿਸ਼ਵਾਸ ਕਰੋ। ਉਹਨਾਂ ਨੇ ਯਿਸੂ ਨੂੰ ਕਿਹਾ, ਤੁਸੀਂ ਕਿਹੜਾ ਸੰਕੇਤਕ ਚਿੰਨ੍ਹ ਦਿਖਾਉਂਦੇ ਹੋ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰੀਏ? ਤੁਸੀਂ ਕਿਹੜਾ ਕੰਮ ਕਰੋਗੇ? ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਸੀ, ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਸਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੂਸਾ ਨੇ ਤੁਹਾਨੂੰ ਰੋਟੀ ਦਿੱਤੀ ਸੀ ਉਹ ਸਵਰਗੀ ਰੋਟੀ ਨਹੀਂ ਸੀ, ਸਗੋਂ ਮੇਰਾ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦਾ ਹੈ। ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦਾ ਹੈ। ਉਹਨਾਂ ਨੇ ਯਿਸੂ ਨੂੰ ਕਿਹਾ, ਸ਼੍ਰੀਮਾਨ ਜੀ, ਇਹ ਰੋਟੀ ਸਾਨੂੰ ਨਿੱਤ ਦਿਆ ਕਰੋ। ਯਿਸੂ ਨੇ ਉਹਨਾਂ ਨੂੰ ਕਿਹਾ, ਜੀਵਨ ਦੀ ਰੋਟੀ ਮੈਂ ਹੀ ਹਾਂ। ਜੋ ਕੋਈ ਮੇਰੇ ਕੋਲ ਆਉਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ, ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਤਿਹਾਇਆ ਨਾ ਹੋਵੇਗਾ। ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਤੁਸੀਂ ਮੈਨੂੰ ਦੇਖ ਲਿਆ ਹੈ, ਪਰ ਫਿਰ ਵੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਉਹ ਮੇਰੇ ਕੋਲ ਆਵੇਗਾ, ਅਤੇ ਜੋ ਮੇਰੇ ਕੋਲ ਆਵੇਗਾ ਉਸ ਨੂੰ ਮੈਂ ਕਦੀ ਵਾਪਸ ਨਹੀਂ ਘੱਲਾਂਗਾ, ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨ ਲਈ ਆਇਆ ਹਾਂ। ਜਿਸ ਨੇ ਮੈਨੂੰ ਘੱਲਿਆ ਹੈ ਉਸ ਦੀ ਮਰਜ਼ੀ ਹੈ ਇਹ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ ਜਿਨ੍ਹਾਂ ਨੂੰ ਉਸਨੇ ਮੈਨੂੰ ਦਿੱਤਾ ਹੈ, ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜ਼ਿੰਦਾ ਕਰਾਂ। ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ, ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜ਼ਿੰਦਾ ਕਰਾਂਗਾ।
ਯਹੂਦੀ ਯਿਸੂ ਉੱਤੇ ਬੜਬੜਾਉਣ ਲੱਗ ਪਏ, ਕਿਉਂਕਿ ਉਹਨਾਂ ਨੇ ਕਿਹਾ ਸੀ, ਮੈਂ ਸਵਰਗ ਤੋਂ ਉਤਰੀ ਰੋਟੀ ਹਾਂ। ਉਹ ਆਪੋ ਵਿੱਚ ਕਹਿਣ ਲੱਗੇ, ਕੀ ਇਹ ਯੂਸੁਫ ਦਾ ਪੁੱਤਰ ਯਿਸੂ ਨਹੀਂ ਹੈ? ਕੀ ਅਸੀਂ ਇਸ ਦੇ ਮਾਤਾ ਪਿਤਾ ਨੂੰ ਨਹੀਂ ਜਾਣਦੇ? ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਮੈਂ ਸਵਰਗ ਤੋਂ ਉਤਰਿਆ ਹਾਂ? ਯਿਸੂ ਨੇ ਉਹਨਾਂ ਨੂੰ ਕਿਹਾ, ਆਪੋ ਵਿੱਚ ਨਾ ਬੜਬੜਾਓ। ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਮੇਰੇ ਵੱਲ ਆਉਣ ਲਈ ਪ੍ਰੇਰਿਤ ਨਾ ਕਰੇ। ਮੈਂ ਉਸ ਨੂੰ ਅੰਤਮ ਦਿਨ ਜ਼ਿੰਦਾ ਕਰਾਂਗਾ। ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ, ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ। ਉਹ ਸਾਰੇ ਜੋ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ। ਇਸ ਦਾ ਅਰਥ ਇਹ ਵੀ ਨਹੀਂ ਕਿ ਉਹਨਾਂ ਵਿੱਚੋਂ ਕਿਸੇ ਨੇ ਪਿਤਾ ਨੂੰ ਦੇਖਿਆ ਹੈ, ਕੇਵਲ ਉਸਨੇ ਜੋ ਪਰਮੇਸ਼ਰ ਵੱਲੋਂ ਹੈ ਪਿਤਾ ਨੂੰ ਦੇਖਿਆ ਹੈ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਜੋ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ। ਮੈਂ ਜੀਵਨ ਦੀ ਰੋਟੀ ਹਾਂ। ਤੁਹਾਡੇ ਪੁਰਖਿਆਂ ਨੇ ਵਿੱਚ ਮੰਨਾ ਖਾਧਾ, ਪਰ ਉਹ ਮਰ ਗਏ। ਇਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ। ਜੋ ਵੀ ਇਸ ਨੂੰ ਖਾਵੇਗਾ, ਉਹ ਮਰੇਗਾ ਨਹੀਂ। ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ। ਜੇਕਰ ਕੋਈ ਇਸ ਰੋਟੀ ਵਿੱਚੋਂ ਖਾਵੇਗਾ, ਉਹ ਅਨੰਤ ਕਾਲ ਤੱਕ ਜਿਉਂਦਾ ਰਹੇਗਾ। ਅਤੇ ਜੋ ਰੋਟੀ ਮੈਂ ਉਸ ਨੂੰ ਦੇਵਾਂਗਾ, ਉਹ ਮੇਰਾ ਆਪਣਾ ਸਰੀਰ ਹੈ, ਜੋ ਮੈਂ ਦਿੰਦਾ ਹਾਂ ਕਿ ਸੰਸਾਰ ਨੂੰ ਜੀਵਨ ਮਿਲੇ। ਅਸੀਂ ਤਾਂ ਠੀਕ ਹੈ ਭੈਣ। ਅਸੀਂ ਹੁਣ ਦੇਖੋ ਇੱਥੇ 3 ਚੀਜ਼ਾਂ ਦੇਖੀਆਂ ਜਿਹੜੀਆਂ ਮੇਨ। ਸਭ ਤੋਂ ਪਹਿਲੀ ਚੀਜ਼ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ, ਉਹੀ ਅਸੀਂ ਉਜਾੜ ਵਿੱਚ ਬੇਸਿਕਲੀ ਪਹੁੰਚੇ ਹਾਂ। ਪ੍ਰਭੂ ਯਿਸੂ ਮਸੀਹ ਨੇ ਇਸ ਤੋਂ ਪਹਿਲਾਂ ਜਿਹੜਾ ਵੱਡਾ ਮਿਰਾਕਲ ਹੋਇਆ ਕਿ ਪ੍ਰਭੂ ਯਿਸੂ ਮਸੀਹ ਨੇ 5000 ਨੂੰ ਰਜਾਇਆ ਹੈ। ਉਹਨਾਂ ਦੇ ਵਿੱਚ ਇੱਕ ਬੱਚਾ ਸੀ ਜਿਹਦੇ ਕੋਲ ਥੋੜੀਆਂ ਜਿਹੀਆਂ ਰੋਟੀਆਂ ਸੀ ਔਰ 2-3 ਮੱਛੀਆਂ ਸੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ। ਉਹ ਲੈ ਕੇ ਗਏ ਔਰ ਪ੍ਰਭੂ ਯਿਸੂ ਮਸੀਹ ਨੇ ਦੁਆ ਕੀਤੀ ਔਰ ਉਹਨਾਂ ਨੂੰ ਉਸੇ ਤਰ੍ਹਾਂ ਸਵਰਗ ਤੋਂ ਖਾਣਾ ਮਿਲਿਆ ਜਿੱਦਾਂ ਉਜਾੜ ਦੇ ਵਿੱਚ ਮਿਲਦਾ ਸੀ। ਪਰ ਹੁਣ ਰੋਟੀ ਮਿਲੀ। ਸੋ ਉਹ ਹੁਣ ਸਾਰੀ ਦੀ ਸਾਰੀ ਜਿਹੜੀ ਫੌਜ ਆ, ਉਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਤੁਰੀ। ਔਰ ਪ੍ਰਭੂ ਯਿਸੂ ਮਸੀਹ ਈਵਨ ਆਪਣੀ ਅੱਖ ਬਚਾ ਕੇ ਉਹਨਾਂ ਦੇ ਕੋਲੋਂ ਨਿਕਲ ਵੀ ਗਏ ਆ, ਲੇਕਿਨ ਉਹ ਫਿਰ ਵੀ ਉਹਨਾਂ ਨੂੰ ਲੱਭਦੇ ਉੱਥੇ ਆ ਗਏ। ਸੋ ਉਹਨਾਂ ਝੀਲ ਦੇ ਦੂਜੇ ਪਾਸੇ ਬਾਹਰ ਜਾ ਕੇ ਪੁੱਛਿਆ ਕਿ ਪ੍ਰਭੂ ਜੀ ਤੁਸੀਂ ਇੱਥੇ ਕਦੋਂ ਆਏ ਹੋ? ਕਹਿੰਦੇ ਤੁਸੀਂ ਮੈਨੂੰ ਇਸ ਕਰਕੇ ਨਹੀਂ ਲੱਭਦੇ ਪਏ ਕਿ ਭਾਈ ਤੁਸੀਂ ਇੱਕ ਬਹੁਤ ਵੱਡਾ ਮਿਰਾਕਲ ਦੇਖਿਆ, ਤੁਸੀਂ ਇਸ ਕਰਕੇ ਕਿ ਤੁਹਾਨੂੰ ਖਾਣ ਨੂੰ ਰੋਟੀ ਮਿਲੀ। ਤਾਂ ਫਿਰ ਉਹਨਾਂ ਨੇ ਜਿਹੜਾ ਸਵਾਲ ਕੀਤਾ ਕਿ ਫਿਰ ਅਸੀਂ ਪ੍ਰਭੂ ਦੇ ਕੰਮ ਕਰਨ ਵਾਸਤੇ ਕੀ ਕਰੀਏ? ਔਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਜਿਹੜੀ ਮੇਨ ਚੀਜ਼ ਆ ਉਹ ਇਹ ਕਹੀ ਆ, ਅਸੀਂ ਕੀ ਕੰਮ ਕਰ ਸਕਦੇ? ਰਾਈਟ? ਸਾਡੇ ਕਰਮ ਕੀ ਹੋ ਸਕਦੇ ਆ ਜੀਵਨ ਪਾਉਣ ਦੇ ਲਈ? ਕਿਹੜੇ ਕਰਮ ਕਰੀਏ? ਇੱਕੋ ਹੀ ਕਰਮ, ਉਸ ਪ੍ਰਭੂ ਨੇ ਜਿਸ ਨੂੰ ਘੱਲਿਆ ਉਸ ਦੀ ਸੁਣੋ। ਔਰ ਬਾਪ ਨੇ ਵੀ ਕਿਹਾ ਸੀ, ਇਹ ਮੇਰਾ ਪਿਆਰਾ ਪੁੱਤਰ ਆ, ਇਸ ਦੀ ਸੁਣੋ। ਨਬੀਆਂ ਨੂੰ ਇਹ ਸਾਰੇ ਸਵਾਲ ਪੁੱਛੇ ਗਏ ਕਿ ਤੂੰ ਘੱਲਿਆ ਹੋਇਆ ਨਬੀ ਆ? ਉਹਨਾਂ ਨੇ ਕਿਹਾ ਨਹੀਂ। ਯਹੂਨਾ ਬਪਤਿਸਮਾ ਦੇਣ ਵਾਲੇ ਨੂੰ, ਉਸ ਨੂੰ ਸਾਰੇ ਨਬੀਆਂ ਤੋਂ ਮਹਾਨ ਨਬੀ ਦੱਸਿਆ ਗਿਆ। ਉਸ ਨੂੰ ਇਤਨੇ ਸਵਾਲ ਪੁੱਛੇ ਗਏ ਕਿ ਤੂੰ ਮਸੀਹਾ? ਉਸਨੇ ਕਿਹਾ ਨਹੀਂ। ਤੂੰ ਇਲਾਇਜਾ? ਨਹੀਂ। ਤੂੰ ਉਹ ਆਉਣ ਵਾਲਾ ਜਿਸ ਦੇ ਬਾਰੇ ਮੂਸਾ ਨੇ ਕਿਹਾ ਸੀ ਕਿ ਮੇਰੇ ਵਰਗਾ ਇੱਕ ਪ੍ਰਭੂ ਤੁਹਾਨੂੰ ਦਏਗਾ, ਤੁਸੀਂ ਉਸ ਦੀ ਸੁਣਨਾ? ਉਸਨੇ ਕਿਹਾ ਨਹੀਂ। ਪਰ ਫਿਰ ਉਸਨੇ ਕਿਹਾ, ਉਹ ਦੇਖੋ ਪਰਮੇਸ਼ਰ ਦਾ ਮੇਮਣਾ ਜੋ ਸੰਸਾਰ ਦੇ ਪਾਪ ਨੂੰ ਚੁੱਕ ਕੇ ਲੈ ਜਾਂਦਾ। ਸੋ ਯਿਸੂ ਮਸੀਹ ਨੇ ਜਿਹੜਾ ਸਾਨੂੰ ਕੰਮ ਕਰਨ ਦੇ ਲਈ ਕਿਹਾ ਗਿਆ, ਉਹ ਇੱਕੋ ਹੀ ਕੰਮ। ਯਿਸੂ ਮਸੀਹ ਨੂੰ ਪ੍ਰਭੂ ਨੇ ਘੱਲਿਆ, ਆਪਣੇ ਪੁੱਤਰ ਨੂੰ ਉਸਨੇ ਘੱਲਿਆ। ਔਰ ਜਿਸ ਲਈ ਉਹ ਨੂਰਾਨੀ ਰੂਪ ਦੇ ਵਿੱਚ ਵੀ ਸੀ, ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਚੇਲੇ ਉੱਥੇ ਖੜੇ ਸੀ, ਉਹਨਾਂ ਨੇ ਕਿਹਾ, ਪ੍ਰਭੂ ਜੀ ਏਦਾਂ ਕਰਦੇ ਕਿ ਇੱਕ ਅਸੀਂ 3 ਜਗ੍ਹਾਵਾਂ ਬਣਾ ਦਿੰਦੇ ਆ, ਇੱਕ ਤੁਹਾਡੇ ਵਾਸਤੇ, ਇੱਕ ਪ੍ਰਭੂ ਯਿਸੂ ਵਾਸਤੇ, ਤੇ ਇੱਕ ਅਸੀਂ ਮੂਸਾ ਤੇ ਦੂਸਰਾ ਇਲਾਇਜਾ ਦੇ ਵਾਸਤੇ ਰਹਿਣ ਦੀ ਜਗ੍ਹਾ ਇੱਥੇ ਬਣਾ ਦਿੰਦੇ ਆ। ਔਰ ਸਵਰਗ ਤੋਂ ਇੱਕੋ ਹੀ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ, ਇਸ ਦੀ ਸੁਣੋ।
ਇਸ ਦੀ ਸੁਣੋ। ਸੋ ਹੁਣ ਇੱਥੇ ਅਸੀਂ ਕੀ ਦੇਖਦੇ ਪਏ? ਪਹਿਲੀ ਚੀਜ਼ ਜਿਹੜੀ ਨੰਬਰ 1, ਜਿਸ ਨੂੰ ਉਸਨੇ ਘੱਲਿਆ, ਜਿਸ ਨੂੰ ਉਸਨੇ ਘੱਲਿਆ, ਔਰ ਇਹ ਹੈ ਸਵਾਲ ਜਿਹੜਾ ਉਹਨਾਂ ਨੇ ਕੀਤਾ, ਉਹ ਉਹਨਾਂ ਨੇ ਕੀਤਾ ਹੈਗਾ ਕਿ 28ਵੀਂ ਆਇਤ ਪਰਮੇਸ਼ਵਰ ਦੇ ਕੰਮ ਕਰਨ ਵਾਸਤੇ ਅਸੀਂ 29ਵੀਂ ਆਇਤ ਦੇ ਵਿੱਚ ਪ੍ਰਭੂ ਨੇ ਜਵਾਬ ਦਿੱਤਾ ਕਿ ਪਰਮੇਸ਼ਵਰ ਦਾ ਕੰਮ ਇਹ ਹੈ। ਅਗਰ ਅਸੀਂ ਸਵਰਗ ਦੇ ਲਈ ਜਾਂ ਪਰਮੇਸ਼ਵਰ ਦੇ ਲਈ ਕੋਈ ਕੰਮ ਕਰ ਸਕਦੇ ਹਾਂ ਤਾਂ ਉਹ ਇਹ ਕੰਮ ਆ, ਇੱਕ ਕੰਮ ਕਿਹੜਾ? ਜਿਸ ਨੂੰ ਉਸਨੇ ਘੱਲਿਆ ਹੈ ਉਸ ਉੱਤੇ ਵਿਸ਼ਵਾਸ ਕਰੋ। ਔਰ ਫਿਰ ਉਹ ਰੋਟੀ ਦਾ ਚੱਕਰ ਪਾ ਕੇ ਬਹਿ ਗਏ ਤੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਤਾਂ ਸਵਰਗ ਤੋਂ ਮੰਨਾ ਮਿਲਦਾ ਹੁੰਦਾ ਸੀ, ਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਉਹਨਾਂ ਨੇ ਮੰਨਾ ਖਾਧਾ ਤੇ ਮਰ ਗਏ, ਪਰ ਜਿਹੜੀ ਰੋਟੀ ਮੈਂ ਦਊਂਗਾ ਉਜਾੜ 'ਚ ਮਰ ਗਏ, ਉਸੇ ਉਜਾੜ 'ਚ ਦੱਬੇ ਹੋ। ਪਰ ਜਿਹੜੀ ਰੋਟੀ ਤੁਹਾਨੂੰ ਮੈਂ ਦਿੰਦਾ ਇਹ ਸਦੀਵਕ ਜੀਵਨ ਦੇਗੀ। ਤਾਂ ਫਿਰ ਕਹਿੰਦੇ ਉਹ ਰੋਟੀ ਸਾਨੂੰ ਤੂੰ ਨਿਤ ਦਿਆ ਕਰ। ਔਰ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਅਗਲਾ ਜਵਾਬ ਦਿੱਤਾ ਉਹ ਹੈ 35ਵੀਂ ਆਇਤ, ਔਰ ਉਸ ਦੇ ਵਿੱਚ ਕਿਹਾ, ਯਿਸੂ ਨੇ ਉਹਨਾਂ ਨੂੰ ਕਿਹਾ, ਜੀਵਨ ਦੀ ਰੋਟੀ ਮੈਂ ਹੀ ਹਾਂ, ਜੋ ਮੇਰੇ ਕੋਲ ਆਉਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ, ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਤਿਹਾਇਆ ਨਹੀਂ ਹੋਵੇਗਾ। ਆਤਮਿਕ ਭੁੱਖ ਔਰ ਆਤਮਿਕ ਪਿਆਸ ਨੂੰ ਲੈ ਕੇ ਜਿੰਨਾ ਮਰਜੀ ਬੰਦਾ ਦੌੜੇ, ਉਸ ਨੂੰ ਕਦੀ ਵੀ ਇਸ ਚੀਜ਼ ਦੀ ਸ਼ੋਰਟੀ ਨਹੀਂ ਹੁੰਦੀ ਕਿ ਮੈਂ ਜਾ ਕਿੱਥੇ। ਜਿੰਨੇ ਮਰਜੀ ਦਰਬਾਰਾਂ ਤੇ ਧੱਕੇ ਖਾ ਲਈਏ, ਜਿੰਨੇ ਮਰਜੀ ਗੁਰੂ ਬਣਾ ਲਈਏ, ਜਿੰਨੇ ਮਰਜੀ ਚੇਲਿਆਂ ਦੇ ਪਿੱਛੇ ਦੌੜ ਲਈਏ, ਕੁਛ ਨਹੀਂ ਮਿਲਦਾ, ਕੁਛ ਨਹੀਂ ਮਿਲਦਾ। ਅੰਤ ਕਰਨ ਨੂੰ ਪਤਾ ਹੁੰਦਾ ਕਿ ਮੈਨੂੰ ਨਹੀਂ ਮਿਲਿਆ। ਜਿਹੜਾ ਅੰਦਰ ਬੈਠਾ ਨਾ ਉਹਨੂੰ ਪਤਾ ਹੁੰਦਾ ਮੈਨੂੰ ਕੁਛ ਨਹੀਂ ਮਿਲਿਆ। ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਜ਼ਰੂਰ ਬੰਦਾ ਕਹਿੰਦਾ ਕਿ ਜਾਂ ਆਪਣੇ ਆਪ ਨੂੰ ਖੁਸ਼ ਕਰ ਰਿਹਾ ਹੁੰਦਾ, ਜਾਂ ਧਰਮ ਨੂੰ ਖੁਸ਼ ਕਰ ਰਿਹਾ ਹੁੰਦਾ, ਜਾਂ ਧਾਰਮਿਕ ਲੀਡਰਾਂ ਨੂੰ ਖੁਸ਼ ਕਰ ਰਿਹਾ ਹੁੰਦਾ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਬੰਦਾ ਜ਼ਰੂਰ ਕਹਿੰਦਾ ਜੋ ਕਹਿੰਦਾ, ਪਰ ਉਸਨੂੰ ਆਪ ਨੂੰ ਪਤਾ ਹੁੰਦਾ ਕਿ ਜੇ ਮੇਰੇ ਵਰਗਾ ਇਨਸਾਨ ਸਵਰਗ ਦੇ ਵਿੱਚ ਚਲਾ ਗਿਆ ਤੇ ਫਿਰ ਸਵਰਗ ਨਹੀਂ ਰਹੇਗਾ। ਪਰ ਜੇ ਇਸ ਅੰਦਰ ਨੂੰ ਧੋ ਕੇ, ਜਿੱਦਾਂ ਯਿਸੂ ਨੇ ਪੈਰ ਧੋਤੇ ਆ, ਜੇ ਅੰਦਰ ਨੂੰ ਧੋ ਕੇ ਜੇ ਉਹ ਲੈ ਕੇ ਜਾਵੇ ਔਰ ਆਪਣਾ ਚਿਹਰਾ ਦਿਖਾ ਕੇ ਉਹ ਸਾਡੇ ਤਨ, ਮਨ ਔਰ ਆਤਮਾ ਨੂੰ ਸਾਫ਼ ਕਰੇ, ਜੋ ਅੱਗ ਦੇ ਵਿੱਚ ਵਸਦਾ ਉਸ ਅੱਗ ਦੇ ਵਿੱਚ ਨਾ ਹੋਵੇ, ਤਾਂ ਫਿਰ ਭਾਈ ਮੈਂ ਸਵਰਗ ਦੇ ਵਿੱਚ ਰਹਿ ਸਕਦਾ। ਹੁਣ ਅਗਲੀ ਚੀਜ਼ ਉਹਨਾਂ ਨੇ ਕਹੀ ਕਿ ਪ੍ਰਭੂ ਯਿਸੂ ਮਸੀਹ ਨੇ ਹੁਣ ਦੇਖੋ ਕਿਹੜੀਆਂ ਚੀਜ਼ਾਂ ਕਹਿਣੀਆਂ, ਇਹ ਧਿਆਨ ਰੱਖਣ ਵਾਲੀ। ਉੱਥੇ ਅਸੀਂ ਦੇਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਲੋਕ ਆ, ਤੁਸੀਂ ਇੱਕ ਐਸੀ ਕੌਮ ਇੱਥੇ ਬੈਠੀ ਆ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਚੁਣਿਆ। ਤੁਸੀਂ ਨਹੀਂ ਉਹਨੂੰ ਚੁਣਿਆ, ਤੁਹਾਡੇ ਬਜ਼ੁਰਗੇ ਨੂੰ ਪ੍ਰਭੂ ਨੇ ਆਪ ਚੁਣਿਆ। ਔਰ ਇੱਥੇ ਦੇਖੋ ਕੌਣ ਸਾਨੂੰ ਹੁਣ ਯਿਸੂ ਦੇ ਕੋਲ ਲੈ ਕੇ ਆ ਰਿਹਾ। ਸੋ 37ਵੀਂ ਆਇਤ 36 ਤੋਂ 37 ਪੜ੍ਹਦੇ ਹਾਂ। ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਤੁਸੀਂ ਮੈਨੂੰ ਦੇਖ ਲਿਆ ਹੈ, ਪਰ ਫਿਰ ਵੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ਸੋ ਉੱਥੇ ਉਹਨਾਂ ਨੇ ਸੁਣਿਆ ਸੀ, ਹੁਣ ਉਹ ਕਹਿ ਰਿਹਾ ਕਿ ਤੁਸੀਂ ਮੈਨੂੰ ਦੇਖ ਵੀ ਲਿਆ ਪਰ ਫਿਰ ਵੀ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ। ਸੋ ਕੌਣ ਲੈ ਕੇ ਆਉਂਦਾ? ਪਾਦਰੀ ਲੈ ਕੇ ਆਉਂਦਾ ਯਿਸੂ ਦੇ ਕੋਲ ਲੋਕਾਂ ਨੂੰ। ਲਾਨਤ ਉਸ ਪਾਦਰੀ ਤੇ ਜਿਹੜਾ ਕਵੇ ਕਿ ਮੈਂ ਫਲਾਣੇ ਬੰਦੇ ਨੂੰ ਪ੍ਰਭੂ ਯਿਸੂ ਦੇ ਕੋਲ ਲੈ ਕੇ ਆਇਆ। ਕੋਈ ਨਹੀਂ ਲੈ ਕੇ ਆ ਸਕਦਾ।
मैं उन्होंने लोगों को जानता जिहड़े कहंदे सीगे कि अगर मेरे भैन मेरा भरा या मेरा रिश्तेदार ये ठीक हो जाए तो मैं सदा प्रभु यीशु मसीह दे कोल रहूंगा। और मैं अग्यों पास्टर मैनुअल दा जिहड़ा जवाब सी उसने ये कहा कि तेरा भैन तेरा भरा जो भी उकसेगा वो ठीक हो जाना उसने, पर तू कभी नहीं प्रभु तू नहीं कभी भी, क्योंकि जिन्नी देर तक बाप लैके ना आए, ताना तुसी लोग, ताना मैं और मेरा खानदान कि सानू प्रभु आप लैके आया। बाप ने सानू फड़ के यीशु दे हत्थां दे विच दित्ता कि इहनूं धो भाई, इहनूं धो ते इहनूं साफ कर ते फिर इहनूं घर दे योग बना। सो वो हर कोई जिसनू मेरा पिता मैनू दिंदा है मेरे कोल आवेगा, जो मेरे कोल आवेगा मैं उसनू कदी वापस नहीं घल्लांगा। सो असी कई बारी कह दिंदे हैं कि इस बंदे दे कोल सैल्वेशन भी हैगी है कि नहीं हैगी। भाई असी धर्मां दे विच नहीं जींदे पए। द वर्क इज नॉट डन येट, काम हाले शुरू ही होया। बहुतियां दी जिंदगी दे विच काम शुरू होया। सानू कदी भी किसी इंसान दी सैल्वेशन दे उत्ते, मुक्ति दे उत्ते सानू कोई हक नहीं, क्योंकि असी नहीं दित्ती, असी कीमत नहीं दित्ती, असी उन्होंने प्रभु दे कोल नहीं लैके आए। बाप लैके आया, बेटे दे हत्थां दे विच दित्ता और बेटा कहंदा जो कुछ मैनू दिंदा मैं उसनू कदी भी वापस नहीं जाण दूंगा, मैं उसनू कदी नहीं छड्डांगा। अच्छा, सो उस तो बाद जिहड़ी घल्लण वाले दी हुण मर्जी है, स्वर्गी बाप की जिहड़ी मर्जी है, चुनाव दे विच इन्नियां चीजां आ। घल्लण वाले दी मर्जी की आ, कहंदा मेरे 40वीं आयत देखो, ये चौथा पॉइंट है इत्थे। मेरे पिता दी मर्जी ये है कि हर कोई जो पुत्र नू देखदा है अते उस उत्ते विश्वास करदा है अनंत जीवन पावे और अंतिम दिन मैं फिर उसनू जिंदा करांगा। सो सब तो पहला प्रभु दा पाप दा अपना काम है कि वो आप लिया के बेटे दे हत्थां दे विच दिंदा, और फिर जो बेटे दे लई जो हुक्म आ वो ये हुक्म आ कि तू हुण इसनू तैयार करना, तू इसनू धोना, तू इसनू साफ करना और अंतिम दिन ताकि ये घर दे विच होवे। और भाई वो करेगा चाहे मंजे ते पा के ना करना पे। असी बहुत बहुत एक तरह का पवित्र आत्मा नू बहुत ही घटिया चीज थां दे उत्ते लैके जा चुके हैं। असी एक जादूगर बनाता उन्होंने चर्च दे विच, और सानू डरना चाहिए। पवित्र आत्मा का काम है कि मेरे जीवन नू तैयार करना। जो 40 साल उन्होंने दोबारा चक्कर दे विच रगड़ सकदा ते आत्मा तो वही है भाई, बदलिया नहीं कुछ भी, सब कुछ सेम। पुराने नेम ते नवे नेम दे विच कोई खास फर्क नहीं गा, सारे काम उदा ही हुंदे आ। ये जिहड़ा जादूगरी कारण जिहड़ा पै गया है रोमन कैथलिक चर्च लैके आई है एनाबैप्टिस्ट चर्चां दे विच। उन्होंने देखा कि ये बचन दे विच वधदे जांदे आ, इन्हां नूं तोड़न दा इक्को ही तरीका है और वो है कैरिस्मैटिक मूवमेंट इन्हां दे विच लिआंदी जाए। और ये जिन्ने भी क्रिजमा दे हरेक संडे तो लैके तुहानूं टैलीविजन दे उत्ते टपदे नचदे दिखाई दिंदे आ ना, सारे उसे मूवमेंट दे। बी केयरफुल। सो ओदी जॉब की आ, प्रभु दी जॉब ये आ कि वो अंतिम दिन मैनू फिर प्रभु दे और मैनू ओ जिसले मुड़ के जिंदा करे तो मैं मुड़ के स्वर्ग दी हजूरी दे विच होवां। अगे देखो 43वीं आयत, यहूदी बुड़बुड़ा रहे आ
ਇਹ ਕਿੱਦਾਂ ਕਹਿ ਸਕਦਾ, ਉਹ ਕਿੱਦਾਂ ਕਹਿ ਸਕਦਾ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ, ਕਹਿੰਦਾ ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਮੇਰੇ ਵੱਲ ਆਉਣ ਦੇ ਲਈ ਪ੍ਰੇਰਿਤ ਨਾ ਕਰੇ। ਪੰਜਵਾਂ ਪੁਆਇੰਟ, ਕਿ ਉਹਦੇ ਦਿਲ ਨੂੰ, ਉਸਦੇ ਦਿਲ ਨੂੰ ਉਹ ਖਿੱਚ ਨਾ ਪਾਏ, ਉਹਦੀ ਆਤਮਾ ਨੂੰ ਮੇਰੇ ਵੱਲ ਆਉਣ ਦੇ ਲਈ ਖਿੱਚ ਨਾ ਪਾਏ। ਤੇ ਮੋਰਿਓਂ ਉਹ ਹੁੰਦਾ ਸੀ ਨਾ, ਕਈ ਜਾਨਵਰ ਹੁੰਦੇ ਸੀਗੇ, ਮੋਰਿਓਂ ਰੱਸਾ ਫੜ ਕੇ ਇੱਕ ਤੁਰਿਆ ਤੇ ਦੋ ਜਣੇ ਪਿੱਛੇ ਧੱਕਾ ਲਾਉਂਦੇ ਪਏ। ਉਹ ਬੇਸਿਕਲੀ ਜਿਹੜਾ ਪ੍ਰੇਰਿਤ ਸ਼ਬਦ ਹੈ ਨਾ ਗ੍ਰੀਕ ਦੇ ਵਿੱਚ, ਉਹ ਇਹ ਆ ਕਿ ਉਸ ਨੂੰ ਖਿੱਚ ਕੇ ਲੈ ਕੇ ਨਾ ਮੇਰੇ ਕੋਲ ਆਏ, ਕਿਉਂਕਿ ਮੇਰੇ ਤਾਂ ਪਾਪੀ ਜਿਹੜੇ ਪੈਰ ਉਹ ਤਾਂ ਮੰਗਦੇ ਆ ਸਾਰਾ ਕੁਝ, ਜਿਹੜਾ ਜੋ ਦੂਜੇ ਪਾਸੇ ਜਿਹੜਾ ਅਸੀਂ ਪੜ੍ਹ ਕੇ ਹਟੇ ਆ, ਹੁਣ ਜਿਹੜਾ ਰੋਮਨ ਚ ਪੜ੍ਹ ਕੇ ਹਟੇ ਆ, ਸਾਨੂੰ ਤਾਂ ਆਨੰਦ ਹੀ ਉਹ ਚੋਂ, ਸਾਡੇ ਤਾਂ ਮਜ਼ਾ ਹੀ ਉਹਦੇ ਵਿੱਚ ਆ। ਕੋਈ ਤੂੰ ਹੋਣ ਦੇ ਲਈ ਥੋੜਾ ਜਾਣਾ ਮੈਂ ਕਸਾਂ, ਜਦ ਤੱਕ ਕਿ ਉਹ ਪ੍ਰੇਰਿਤ ਕਰਕੇ ਮੇਰੇ ਕੋਲ ਲੈ ਕੇ ਨਾ ਆਏ। ਫੇਰ ਹੁਣ ਆ ਗਈਆਂ ਗੱਲਾਂ ਲਿਖਤਾਂ ਦੀਆਂ ਗੱਲਾਂ। ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ। 6ਵਾਂ ਪੁਆਇੰਟ, ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ। ਪਰਮੇਸ਼ਰ ਔਰ ਜੋ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ ਉਹ ਮੇਰੇ ਕੋਲ ਆਉਣਗੇ। ਸੋ ਹਰ ਚੀਜ਼, ਕੰਮ ਜਿਹੜਾ ਆ ਇੱਕੋ ਹੀ ਸਵਰਗ ਦੇ ਲਈ ਔਰ ਪ੍ਰਭੂ ਦੇ ਲਈ ਮੈਂ ਇੱਕੋ ਹੀ ਕੰਮ ਕਰ ਸਕਦਾ, ਜਿਸ ਨੇ ਉਸਨੇ ਘੱਲਿਆ ਉਸ ਉੱਤੇ ਵਿਸ਼ਵਾਸ ਕਰ। ਜੋ ਰੋਟੀ ਉਸਨੇ ਸਵਰਗ ਤੋਂ ਦਿੱਤੀ ਹੈ ਮੈਂ ਉਹ ਰੋਟੀ ਖਾਵਾਂ। ਔਰ ਪ੍ਰਭੂ ਆਪ, ਪਰਮੇਸ਼ਰ ਆਪ ਮੈਨੂੰ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਦਿੰਦਾ, ਔਰ ਉਸਨੇ ਕਿਹਾ ਉਸ ਨੂੰ ਮੈਂ ਕਦੀ ਨਹੀਂ ਛੱਡਾਂਗਾ। ਔਰ ਫਿਰ ਉਸਨੇ ਕਿਹਾ ਕਿ ਪਿਤਾ ਦੀ ਮਰਜ਼ੀ ਹੈ ਕਿ ਜੋ ਪੁੱਤਰ ਨੂੰ ਦੇਖਦਾ ਹੈ ਉਸ ਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਏ, ਔਰ ਅੰਤਮ ਦਿਨ ਉਸ ਨੂੰ ਮੈਂ ਫਿਰ ਜਿੰਦਾ ਕਰਾਂਗਾ। ਕਈ ਵਾਰੀ ਇੱਕ ਐਸਾ ਸਮਾਂ ਹੁੰਦਾ ਪ੍ਰਭੂ ਨੂੰ ਕਿ ਸਾਨੂੰ ਸਾਡੀ ਯਾਤਰਾ ਛੋਟੀ ਕਰ ਦਿੰਦਾ ਧਰਤੀ। ਉਸ ਨੂੰ ਪਤਾ ਹੁੰਦਾ ਕਿ ਮੈਂ ਗਾਂ ਕੀ ਕਰਨ ਵਾਲਾ। ਇਸ ਕਰਕੇ ਮੈਂ ਆਪਣੇ ਲਈ ਕਦੀ ਵੀ ਲੰਬੀ ਉਮਰ ਦੀ ਦੁਆ ਨਹੀਂ ਕੀਤੀ। I want to go home, ਮੈਂ ਘਰ ਜਾਣਾ ਮੰਗਦਾ। And that's the main thing। ਜੇ ਇੱਥੇ ਮੈਂ 20 ਦਿਨ ਹੋਰ ਜੀ ਵੀ ਲਏ, 20 ਸਾਲ ਵੀ ਹੋਰ ਜੀ ਲਏ, ਨਾ ਫਿਰ ਉਹ ਨਾ ਅੱਖਾਂ ਨੇ ਦੇਖਣਾ ਨਹੀਂ, ਕੰਨਾਂ ਨੇ ਸੁਣਨਾ ਨਹੀਂ, ਦੰਦ ਨਕਲੀ ਹੋਣੇ ਆ, ਕੀ ਕਰ ਲੂੰਗਾ? ਉਹਦੇ ਨਾਲ ਭਲਾ ਇਹ ਕਰ ਜਾਏ। ਇਹ ਤੰਬੂ ਤਾਂ ਛੱਡਣਾ ਪੈਣਾ। ਇਹ ਤੰਬੂ ਪ੍ਰਭੂ ਨੂੰ ਕਹਿ ਕੇ ਉਨੀ ਦੇਰ ਧਰਤੀ ਤੇ ਰੱਖੇ ਕਿ ਪੱਕਾ ਨਾ ਕਿਤੇ ਗਵਾ ਹੋ ਜਾਏ। ਵਾਅਦੇ ਦੀ ਧਰਤੀ ਜਿਹੜੀ ਆ ਉਹ ਮਿਲੇ। ਅਸੀਂ ਵਾਅਦੇ ਦੀ ਧਰਤੀ ਤੇ ਉਹ ਲੈ ਕੇ ਜਾ ਰਹੇ ਹਾਂ। ਅੱਗੇ ਦੇਖੋ, ਸੋ ਆਪਣਾ ਟਾਈਮ ਹੋ ਗਿਆ, ਨਹੀਂ ਤਾਂ ਮੈਂ ਤੁਹਾਨੂੰ 10ਵੇਂ ਚੈਪਟਰ ਦੇ ਵਿੱਚ ਲੈ ਕੇ ਜਾਂਦਾ, ਕੱਲ ਨੂੰ ਜਾਵਾਂ। ਸੋ ਜਿਹੜੇ ਨਬੀਆਂ ਦੀਆਂ ਪੁਸਤਕਾਂ ਵੀ ਜਿਹੜੇ ਪੜ੍ਹਦੇ ਆ, ਜਿਹੜੇ ਪੜ੍ਹਦੇ ਆ ਤੇ ਪਾਠ ਕਰਦੇ ਆ, ਇੱਕ ਚੀਜ਼ ਇਹ ਯਾਦ ਰੱਖੋ ਕਿ ਜੇ ਮੈਂ ਪਾਠ ਕਰਦਾ ਤੇ ਮੈਂ ਉਹਨੂੰ ਸਮਝਦਾ ਵੀ ਹੈਗਾ ਕਿ ਮੈਂ ਕੀ ਕਰਦਾ ਪਿਆ, ਕਿ ਮੈਂ ਸਿਰਫ ਉਹ ਇੱਕ ਮੇਰੀ ਆਦਤ ਆ। ਮੈਂ ਜਾਣਦਾ ਵੀ ਹੈ ਕਿ ਉਹ ਕੀ ਕਹਿ ਰਿਹਾ ਮੈਨੂੰ ਕਰਨ ਦੇ ਲਈ। ਮੈਂ ਇਸ ਚੀਜ਼ ਨੂੰ ਜਾਣਦਾ ਮੈਨੂੰ ਕਿੱਥੇ ਜਾਣ ਨੂੰ ਕਹਿ ਰਿਹਾ, ਉਹ ਮੈਨੂੰ ਕੀ ਲੱਭਣ ਦੇ ਲਈ ਕਹਿ ਰਿਹਾ, ਮੈਂ ਉਹ ਲੱਭਦਾ ਪਿਆ ਕਿ ਮੈਂ ਪਾਠ ਕਰਕੇ ਕਹਿ ਦਿੱਤਾ ਕਿ ਬਸ ਹੁਣ ਸਭ ਠੀਕ ਆ। ਸੋ ਜਿਹੜਾ ਗ੍ਰੰਥ ਆ ਉਹ ਵੀ ਪ੍ਰੇਰਿਤ ਕਰਦਾ ਕਿ ਤੁਸੀਂ ਮੈਨੂੰ ਲੱਭੋ। ਉਹ ਪ੍ਰੇਰਿਤ ਕਰਕੇ ਮੇਰੇ ਕੋਲ ਲੈ ਕੇ ਆਉਂਦਾ।
ਸੋ ਭਾਈ ਇਹ ਹੈ ਚੁਣਾਵ। ਚੁਣ ਕੇ ਉਹ ਆਪਣੇ ਪ੍ਰਭੂ ਬਾਪ ਨੇ ਚੁਣ ਕੇ ਧਰਤੀ ਤੋਂ ਲੈ ਕੇ ਆਪਣੇ ਬੇਟੇ ਦੇ ਹੱਥ ਦੇ ਵਿੱਚ ਦਿੱਤਾ, ਔਰ ਬੇਟਾ ਸਾਨੂੰ ਘਰ ਦੇ ਲਈ ਤਿਆਰ ਕਰ ਰਿਹਾ। ਔਰ ਬਾਪ ਜਿਹੜਾ ਬਾਪ, ਬੇਟਾ, ਪਵਿੱਤਰ ਆਤਮਾ, ਤਿੰਨ ਜਾਣਿਆਂ, ਤਿੰਨ ਪ੍ਰਭੂ ਦੇ ਰੂਪ ਜਿਹੜਾ, ਔਰ ਇੱਕ ਰੂਪ ਔਰ ਤਿੰਨ ਨੂੰ ਮੇਰਾ ਤਨ, ਮਨ ਔਰ ਆਤਮਾ ਨੂੰ ਤਿਆਰ ਕਰਦੇ ਆ ਕਰਦੇ ਲਈ ਸਾਡੇ ਵਾਅਦੇ ਦੀ ਧਰਤੀ। ਉਹਨਾਂ ਦੀ ਵਾਅਦੇ ਦੀ ਧਰਤੀ ਇਸਰਾਇਲ ਸੀ, ਸਾਡੇ ਵਾਅਦੇ ਦੀ ਧਰਤੀ ਜਿਹੜਾ ਸਾਡਾ ਬਾਪ ਔਰ ਸਾਡਾ ਪ੍ਰਭੂ ਯਿਸੂ ਮਸੀਹ ਜਿਹੜੀ ਸਾਡੇ ਲਈ ਜਗ੍ਹਾ ਤਿਆਰ ਕਰ ਰਿਹਾ। ਆਓ ਦੁਆ ਕਰੀਏ। ਕੱਲ ਇਸ ਥਾਟ ਨੂੰ ਕੱਲ ਨੂੰ ਫਿਨਿਸ਼ ਕਰਾਂਗੇ। ਪਿਆਰੇ ਪ੍ਰਭੂ, ਮੈਂ ਤੇਰਾ ਸ਼ੁਕਰ ਕਰਦਾ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ, ਤੇਰੀ ਮਹਾਨਤਾ ਤੇ। ਸੱਚਮੁੱਚ ਪ੍ਰਭੂ ਜੀ, ਅਸੀਂ ਇਹਨਾਂ ਚੀਜ਼ਾਂ ਦੇ ਤੇ ਖੁਦਾਵੰਦ ਅਸੀਂ ਕਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਅਸੀਂ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਸੁਣੀਆਂ। ਏਦਾਂ ਦਾ ਪਿਆਰ, ਏਦਾਂ ਦਾ ਚੁਣਾਵ। ਤਾਨਾ ਪ੍ਰਭੂ ਜੀ ਉਹ ਲੋਕ ਚਾਹੇ ਜਿੱਥੇ ਵੀ ਕੋਈ ਬੈਠਾ, ਜਿਸ ਤਰ੍ਹਾਂ ਵੀ ਬੈਠਾ, ਔਰ ਤੇਰੀ ਆਵਾਜ਼ ਨੂੰ ਸੁਣਦਾ ਪਿਆ। ਤਾਨਾ ਉਹ ਇਨਸਾਨ ਜਿਸ ਦੀ ਆਤਮਾ ਨੇ ਪ੍ਰਭੂ ਜੀ ਤੇਰੇ ਤੇ ਆਪਣਾ ਵਿਸ਼ਵਾਸ ਕਰ ਲਿਆ। ਜਿਸਨੇ ਅੱਗੇ ਪਿੱਛੇ ਬਾਰੇ ਨਹੀਂ ਸੋਚਿਆ, ਜੋ ਅਬਰਾਹਮ ਦੇ ਵਾਂਗ ਪ੍ਰਭੂ ਜੀ ਤੇਰੇ ਪਿੱਛੇ ਚੱਲ ਪਿਆ। ਅਬਰਾਹਮ ਵੀ ਪ੍ਰਭੂ ਜੀ, ਉਸ ਦੀਆਂ ਅੱਖਾਂ ਨੇ ਦੇਖਿਆ ਵੀ ਨਹੀਂ ਸੀ ਔਰ ਕੰਨਾਂ ਨੇ ਸੁਣਿਆ ਵੀ ਨਹੀਂ ਸੀ। ਕਦੀ ਵੀ ਉਸਨੇ ਆਪਣੀ ਵਾਈਫ ਦੇ ਗੋਦੀ ਦੇ ਵਿੱਚ ਬੱਚਾ ਵੀ ਨਹੀਂ ਸੀ ਦੇਖਿਆ, ਤੇ ਉਸ ਨੂੰ ਵਾਅਦਾ ਇਹ ਸੀ ਕਿ ਤੇਰੀ ਸੰਤਾਨ ਤਾਰਿਆਂ ਤੋਂ ਵੀ ਜ਼ਿਆਦਾ ਹੋਊਗੀ, ਸਮੁੰਦਰ ਤੇ ਪਏ ਕਿਣਕਿਆਂ ਦੇ ਬਰਾਬਰ ਹੋਊਗੀ। ਪਰ ਪਿਆਰੇ ਪ੍ਰਭੂ, ਤੂੰ ਸਭ ਕੁਛ ਦਿੱਤਾ ਉਸਨੂੰ, ਪਰ ਵਿਸ਼ਵਾਸ ਉਸਨੂੰ ਉਸ ਲਈ ਕਰਨਾ ਪਿਆ ਜਿਸ ਲਈ ਕੁਛ ਵੀ ਨਹੀਂ ਸੀ। ਔਰ ਤੇਰੇ ਚੁਣਾਵ ਦੇ ਉੱਤੇ ਉਸਨੇ ਵਿਸ਼ਵਾਸ ਕੀਤਾ। ਅਸੀਂ ਤੇਰਾ ਸ਼ੁਕਰ ਕਰਦੇ, ਤੂੰ ਸਾਨੂੰ ਚੁਣਿਆ ਔਰ ਵੱਖਰੇ ਕੀਤਾ, ਤਾਂ ਕਿ ਖੁਦਾਵੰਦ ਅਸੀਂ ਤੇਰੀ ਹਜ਼ੂਰੀ ਨੂੰ ਇਸ ਧਰਤੀ ਤੇ ਮਾਣ ਸਕੀਏ, ਔਰ ਜਦੋਂ ਇੱਥੇ ਜਾਈਏ ਤਾਂ ਤੇਰੀ ਹਜ਼ੂਰੀ ਦੇ ਵਿੱਚ। ਜਦੋਂ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰਾ ਰਹਿਮ, ਦਇਆ, ਤੇਰਾ ਪਿਆਰ ਸਾਡੇ ਸਭ ਦੇ ਨਾਲ ਬਣਿਆ ਰਹੇ, ਤੇਰੀ ਰਾਖੀ। ਔਰ ਇਸੇ ਤਰ੍ਹਾਂ ਪ੍ਰਭੂ ਜੀ, ਮੈਂ ਦੁਆ ਕਰਦਾ ਸਾਡੇ ਬੱਚਿਆਂ ਦੇ ਨਾਲ ਤੂੰ ਬਣਿਆ ਰਹਿ, ਔਰ ਇਸੇ ਤਰ੍ਹਾਂ ਪ੍ਰਭੂ ਜੀ ਉਹਨਾਂ ਨੂੰ ਵੀ ਤੂੰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖ। ਸਾਡੀਆਂ ਸੰਤਾਨਾਂ ਦੀਆਂ ਸੰਤਾਨਾਂ ਨੂੰ ਪ੍ਰਭੂ ਜੀ ਤੂੰ ਬਰਕਤ ਦੇ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਾਰੇ ਭੈਣ ਭਰਾ ਕੱਲ ਨੂੰ ਸੇਮ ਟਾਈਮ ਮਿਲਾਂਗੇ, ਔਰ ਕੱਲ ਨੂੰ ਆਪਾਂ ਇਸ ਦਾ ਸੈਕੰਡ ਪਾਰਟ ਦੇਖਾਂਗੇ, ਚੁਣਾਵ ਦਾ ਦੂਸਰਾ ਹਿੱਸਾ।